रेडियो लोहगढ़ ते आप सब का स्वागत है। मैं वरपाल सिंह ते मेरे नाल ने वीर गुरप्रीत सिंह। साडे दोहां वल्लों वाहिगुरू जी का खालसा वाहिगुरू जी की फतेह। आपां लड़ीवार किताब पढ़ रहे हैं प्रोफैसर साहब सिंह हुणां दी आद बीड़ बारे, जिहदे विच उन्हां ने जिहड़े भुलेखे पाए गए ने कुछ इतिहासिक लिखतां कह लो या प्राचीन लिखतां जिहड़ियां ने ते कुछ जिहड़ियां मॉडर्न लिखतां ने जिहदियां पेपर वल्लों आईयां ने, जिन्हां विच बहुत ही गुੱਝੇ तरीके दे नाल गुरबाणी की जिहड़ी ऑथेंटिसिटी आ उहदे उत्ते सट्टा मारने की कोशिश की गई। तो जिहड़े साडे थोड़े जे ज्ञान तो हीन जां अनअवेयर जिहड़े ने वीर भैन, वो समय समय ते इन्हां मारां दी चपेट दे विच आउंदे रहे आ। ते तां करके भी असीं ये विचार कीता सीगा भी जिहड़ी ये किताब आ आद बीड़ बारे भी इहनूं आपां लड़ीवार जिहड़ा आ भी ओह पढ़ीए ते विचारीए, ताकि जिहड़ी साडी अज दी जनरेशन आ, नवीं पीढ़ी जिहड़ी आ भी जिन्हें किताबां पढ़ने की बिरती जिहड़ी आ वो तकरीबन त्याग ही दित्ती आ जी। ते जिहड़ियां सुणीआं सुणाईआं गल्लां ने उन्हां ते ही अपनी जिहड़ी ओपीनियन आ भी वो बनाई जा रहे ने। ते तां करके फिर उस विचार ते कह लो भी आउण ते असीं ये किताब जिहड़ी शुरू कीती। ते इहदे आपां पिछे जिहड़े आ भी 4 भाग जिहड़े वो कर चुके हैं जी। ते आपां इहनूं जे हुण अगे विचारीए भी जिहड़ियां दलीलां सीगीआं भी वो आपां शायद 7 दलीलां कर चुके हैं। हाँ जी 7। ते 8ਵੀਂ दलील जिहड़ी आ भी जे आपां हुण उत्थों गांह शुरू करिए जी। ਅੱਗੇ 8ਵੀਂ ਦਲੀਲ 'ਚ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖਦੇ ਹਨ, ਇਹ ਮਿੱਥ ਲੈਣਾ ਕਿ ਜਿੱਥੇ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਗਏ ਸਨ ਉੱਥੇ ਉੱਥੇ ਕਿਸੇ ਨਾ ਕਿਸੇ ਸ਼ਰਧਾਲੂ ਨੇ ਗੁਰੂ ਸਾਹਿਬ ਦੇ ਉੱਥੇ ਉਚਾਰਿਆ ਹੋਇਆ ਸ਼ਬਦ ਲਿਖ ਕੇ ਇਉਂ ਸਾਂਭਿਆ ਕਿ 2-4 ਪੀੜ੍ਹੀਆਂ ਤੱਕ ਉਹਨਾਂ ਦੇ ਘਰਾਂ ਵਿੱਚ ਆਦਰ ਸਤਿਕਾਰ ਨਾਲ ਟਿਕਿਆ ਰਿਹਾ। ਇੱਕ ਹਾਸੋਹੀਣੀ ਮਿੱਥ ਹੈ। ਪੋਥੀ ਦੇ ਆਕਾਰ ਜਿਤਨੀ ਕਿਸੇ ਲਿਖਤ ਦੇ ਸਾਂਭ ਕੇ ਰੱਖੇ ਜਾਣ ਦੀ ਸੰਭਾਵਨਾ ਤਾਂ ਹੋ ਸਕਦੀ ਹੈ, ਪਰ ਕਿਸੇ ਇੱਕੋ ਵਰਕੇ ਉੱਤੇ 5-10 ਤੁਕਾਂ ਦਾ ਇੱਕੋ ਸ਼ਬਦ ਬੜੇ ਗੌਰ ਨਾਲ ਪੋਤਰਿਆਂ ਪੜਪੋਤਰਿਆਂ ਤੱਕ ਸਾਂਭਿਆ ਰਹਿਣਾ ਇੱਕ ਅਲੋਕਾਰੀ ਗੱਲ ਹੈ। ਆਪਣੇ ਤੇ ਆਪਣੇ ਆਂਢ ਗੁਆਂਢ ਘਰਾਂ ਵਿੱਚ ਭਲਾ ਝਾਂਤੀ ਮਾਰ ਵੇਖੋ ਖਾਂ, ਕਿਤੇ ਵੀ ਇੱਕ ਵਰਕਾ ਸਾਂਭ ਕੇ ਰੱਖਣ ਦੀ ਅਨੋਖੀ ਲਗਨ ਨਹੀਂ ਦਿਸੇਗੀ। बिल्कुल बिल्कुल जी बिल्कुल सही दलील आ। हाँ जी। क्योंकि ਜਿਹੜੀ ਚੀਜ਼ ਅਧੂਰੀ ਹੋਵੇ, ਇੱਕ ਤੇ ਇਹ ਆ ਵੀ ਉਹਦੀ ਜਿਹੜੀ ਮਹੱਤਤਾ ਆ ਉਹ ਵੀ ਉਹਦੇ ਵਿੱਚ ਕਹਿ ਲਓ ਵੀ ਕਮਿਊਨੀਕੇਟ ਨਹੀਂ ਹੁੰਦੀ। ਬਿਲਕੁਲ। ਭਈ ਜਿਹਦੇ ਕੋਲੇ ਮੰਨ ਲਓ ਭਈ ਗੁਰਬਾਣੀ ਦੇ ਇੱਕ ਪੰਨਾ ਹੋਵੇ ਜਿਹਦੇ ਉੱਤੇ ਗੁਰਬਾਣੀ ਲਿਖੀ ਹੋਈ ਹੈ, ਤੇ ਜੇ ਤੇ ਉਹ ਆਪਣੇ ਆਪ ਦੇ ਵਿੱਚ ਸ਼ਬਦ ਪੂਰਾ ਆ ਫਿਰ ਤੇ ਚਲੋ ਫੇਰ ਵੀ ਮੰਨਿਆ ਜਾ ਸਕਦਾ ਆ ਵੀ ਉਹ ਉਹਨਾਂ ਨੇ ਸਾਂਭਿਆ ਜਾਂ ਅਗਲੀ ਜਨਰੇਸ਼ਨ ਨੂੰ ਪਾਸ ਵੀ ਕਰ ਦਿੱਤਾ। ਬਿਲਕੁਲ। ਪਰ ਉਹ ਅਗਲੀ ਜਨਰੇਸ਼ਨ ਤੱਕ ਜਾਂ ਉਸੇ ਜਨਰੇਸ਼ਨ ਦੇ ਵਿੱਚ ਹੀ ਕਿਸੇ ਨਾ ਕਿਸੇ ਪੁਆਇੰਟ ਦੇ ਉੱਤੇ ਵੀ ਉਹੋ ਜਿਹੇ ਜਿਹੜੇ ਪੱਤਰੇ ਨੇ ਉਹਨਾਂ ਨੂੰ ਇੱਕ ਥਾਂ ਦੇ ਉੱਤੇ ਇਕੱਠਾ ਕਰਕੇ ਤੇ ਸਾਂਭਿਆ ਜਾਣਾ ਜਿਹੜਾ ਆ ਵੀ ਉਹ ਲਾਜ਼ਮੀ ਹੋ ਜਾਂਦਾ। ਕਿਉਂਕਿ ਜੇ ਕੋਈ ਬੰਦਾ ਇਹ ਸਮਝ ਰਿਹਾ ਆ ਵੀ ਇਹ ਪੱਤਰਾ ਜਿਹੜਾ ਆ ਵੀ ਬਹੁਤ ਹੀ ਮਹੱਤਵ ਰੱਖਦਾ ਆ ਜੀ, ਤੇ ਉਹਨੂੰ ਸਾਂਭਣੇ ਦਾ ਜਿਹੜਾ ਤਰੀਕਾ ਆ ਫਿਰ ਉਹ ਵੀ ਲਾਗੂ ਜਿਹੜਾ ਆ ਵੀ ਉਹਦੇ ਉੱਤੇ ਕਰਨਾ ਪੈਣਾ। ਬਿਲਕੁਲ। ਇਹ ਨਹੀਂ ਮੰਨਿਆ ਜਾ ਸਕਦਾ ਵੀ ਉਹ ਕਵੇ ਵੀ ਇਹ ਪੱਤਰਾ ਜਿਹੜਾ ਹੈ ਬਹੁਤ ਮਹੱਤਵਪੂਰਨ ਹੈ, ਪਰ ਇਹਨੂੰ ਇਦਾਂ ਹੀ ਇੱਕ ਪੱਤਰੇ ਵਜੋਂ ਹੀ ਜਿਹੜਾ ਵੀ ਉਹ ਸਾਂਭ ਕੇ ਰੱਖਣਾ। ਬਿਲਕੁਲ। ਉਹ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਸਹੀ ਦਲੀਲ ਆ ਉਹਨਾਂ ਦੀ, ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ, ਵੀ ਪੋਥੀਆਂ ਜਿਹੜੀਆਂ ਆ ਉਹ ਸਾਂਭੀਆਂ ਜਾ ਸਕਦੀਆਂ, ਪਰ ਜੇ ਇੱਕ ਪੰਨਾ ਜਿਹੜਾ ਆ ਵੀ ਉਹਨੂੰ ਸਾਂਭਣਾ ਜਿਹੜਾ ਆ ਵੀ ਉਹ ਪ੍ਰੈਕਟੀਕਲ ਨਹੀਂ ਲੱਗਦਾ। ਬਿਲਕੁਲ ਭਾਈ, ਜਿੱਦਾਂ ਉਹਨਾਂ ਨੇ ਪਿੱਛੇ ਜ਼ਿਕਰ ਵੀ ਕੀਤਾ ਸੀਗਾ ਕਿ ਇੱਕ ਗ੍ਰੰਥ ਦੇ ਵਿੱਚ ਉਹ ਲਿਖਦੇ ਨੇ ਕਿ ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਕਿ ਜਿਹੜੇ ਸਿੱਖਾਂ ਕੋਲ ਜੋ ਵੀ ਬਾਣੀ ਹੈ ਤੇ ਉਹ ਆਪਣੇ ਹਿਸਾਬ ਨਾਲ ਉਹ ਲੈ ਕੇ ਇੱਥੇ ਪਹੁੰਚੋ। ਤੇ ਉੱਥੇ ਫਿਰ ਇਹ ਦਲੀਲ ਪੂਰੀ ਢੁੱਕਦੀ ਹੈ ਕਿ ਇੱਕ ਪੱਤਰਾ ਜਾਂ ਇੱਕ ਪੰਨਾ ਇੱਦਾਂ ਸਾਂਭ ਕੇ ਰੱਖਣਾ ਇੰਪੋਸੀਬਲ ਜਾਂ ਜਾਪਦਾ ਆ। ਤੇ ਉਹਦੇ ਵਿੱਚੋਂ ਜੇ ਮੰਨ ਲਓ ਕਿ ਹੁਣ ਉਹਦੇ ਵਿੱਚ ਵੀ ਦੂਜੀ ਪੋਸੀਬਿਲਿਟੀ ਇਹ ਹੈ ਕਿ ਜੇ ਇੱਕ ਪੰਨਾ ਆ ਤੇ ਉਹਨੂੰ ਤੁਸੀਂ ਕਿੰਨੇ ਕੁ ਸਾਲ ਤੱਕ ਤੁਸੀਂ ਸਾਂਭ ਕੇ ਰੱਖ ਸਕਦੇ, ਜਿਹੜੀ ਉਹਦੀ ਸਿਆਹੀ ਆ ਉਹ ਵੀ ਕਿਤੇ ਨਾ ਕਿਤੇ ਫਿੱਕੀ ਪੈ ਜਾਣੀ ਹੈ ਜਾਂ ਉਸ ਹਿਸਾਬ ਨਾਲ ਉਹ ਨਹੀਂ ਲੱਗਦਾ ਹੈਗਾ ਪ੍ਰੈਕਟੀਕਲੀ। ਜਦ ਕਿ ਕਿਤਾਬ ਜਾਂ ਪੋਥੀ ਜਿਹੜੀ ਆ ਜੀ ਉਹ ਜਲਦਾਂ ਦੇ ਵਿੱਚ ਮਹਿਫੂਜ਼ ਰੱਖੀ ਜਾਂਦੀ ਆ ਸਿਆਹੀ ਪੱਖੋਂ ਵੀ ਉੱਦਾਂ ਵੀ ਜਿਹੜਾ ਹੋਰ ਕੋਈ ਡੈਮੇਜ ਉਹਨੂੰ ਆ ਸਕਦਾ ਹੈ ਬਿਲਕੁਲ ਉੱਤੋਂ ਵੀ ਜੀ। ਸੋ ਬਿਲਕੁਲ ਸਹੀ ਗੱਲ ਆ। ਔਰ ਦੂਜਾ ਮੇਰੇ ਦਿਮਾਗ ਦੇ ਵਿੱਚ ਖਿਆਲ ਇਹ ਵੀ ਆਉਂਦਾ ਸੀਗਾ
ਭਈ ਇਹਦੀ ਸੰਭਾਵਨਾ ਮੰਨੀ ਜਾ ਸਕਦੀ ਆ ਭਈ ਗੁਰੂ ਘਰ ਵੱਲੋਂ ਭਈ ਇਹੋ ਜਿਹਾ ਕੋਈ ਆਦੇਸ਼ ਜਿਹੜਾ ਆ ਵੀ ਉਹ ਜਾਰੀ ਹੋਇਆ ਹੋਵੇ ਜੀ ਭਈ ਜਿਨ੍ਹਾਂ ਦੇ ਕੋਲੇ ਜਿਹੜੀਆਂ ਪੋਥੀਆਂ ਜਿਹੜੀਆਂ ਆ ਵੀ ਉਹ ਹੈ ਨੇ ਜੀ ਬਾਣੀ ਦੀਆਂ ਕੀਤੀਆਂ ਹੋਈਆਂ ਵੀ ਜਿੱਦਾਂ ਵੀ ਜਿਹੜੀਆਂ ਕਾਪੀਆਂ ਕਰਕੇ ਲਿਜਾਂਦੇ ਸੀ ਸਿੱਖ। ਜੀ ਵੀ ਖਾਸ ਤੌਰ ਤੇ ਜਦੋਂ ਮੰਜੀਆਂ ਤੇ ਪੀੜ੍ਹੀਆਂ ਥੱਪੀਆਂ ਗਈਆਂ ਹਾਂਜੀ ਉਸ ਵੇਲੇ ਜਿਹੜੀ ਆ ਵੀ ਬਾਣੀ ਦਾ ਪ੍ਰਚਾਰ ਵੀ ਜਿਹੜਾ ਆ ਵੀ ਉਹ ਮੰਜੀਆਂ ਰਾਹੀਂ ਜਾਂ ਪੀੜ੍ਹੀਆਂ ਰਾਹੀਂ ਹੁੰਦਾ ਸੀ। ਬਿਲਕੁਲ ਓਬਵੀਅਸ ਆ ਵੀ ਕਿਉਂਕਿ ਪ੍ਰਚਾਰ ਜਿਹੜਾ ਗੁਰਬਾਣੀ ਦਾ ਹੋ ਰਿਹਾ ਹੈ ਜੀ। ਸੋ ਗੁਰਬਾਣੀ ਉਹਨਾਂ ਦੇ ਕੋਲੇ ਹੋਣੀ ਲਾਜ਼ਮੀ ਹੈ। ਲਾਜ਼ਮੀ ਹੈ। ਤੇ ਉਹ ਹੁਣ ਵੀ ਜਦੋਂ ਇੱਕ ਜਿਹੜੀ ਆ ਵੀ ਤਰਤੀਬ ਜਿਹੜੀ ਬਣ ਰਹੀ ਆ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪਹਿਲਾਂ ਪਹਿਲੇ ਗੁਰੂ ਦੀ ਬਾਣੀ ਫਿਰ ਦੂਜੇ ਦੀ ਫਿਰ ਤੀਜੇ ਦੀ ਫਿਰ ਚੌਥੇ ਦੀ ਫਿਰ ਪੰਜਵੇਂ ਦੀ ਯਾ ਉਹ ਤੋਂ ਬਾਅਦ ਫਿਰ ਭਗਤ ਕਬੀਰ ਦੀ ਬਾਣੀ ਫਿਰ ਇਦਾਂ ਭਗਤਾਂ ਦੀ ਜਿਹੜੀ ਆਪਣੇ ਕਹਿ ਲਓ ਵੀ ਕਰੋ ਹੈਗਾ ਆ ਹਾਇਰਾਰਕੀ ਆ ਜੀ ਵੀ ਪਹਿਲਾਂ ਐਸ ਭਗਤ ਦੀ ਆਣੀ ਫਿਰ ਐਸ ਦੀ ਫਿਰ ਐਸ ਦੀ ਫਿਰ ਐਸ ਦੀ। ਤੋ ਜਦੋਂ ਆਪਾਂ ਇਹ ਵੇਖਦੇ ਹਾਂ ਵੀ ਜਿਹੜਾ ਆਦਿ ਬੀੜ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਨੇ ਉਹ ਤਰਤੀਬ ਜਿਹੜੀ ਆ ਰਾਗਾਂ ਦੀ ਤੇ ਸ਼ਬਦਾਂ ਦੀ ਤੇ ਹੋਰ ਜਿਹੜੇ ਸਾਰੇ ਸੀਗੇ ਵੀ ਜਿੱਦਾਂ ਆਲਾਣੀਆਂ ਹੋ ਗਈਆਂ ਚੌਪਦੇ ਦੋਪਦੇ ਤੇ ਵੀ ਉਹ ਸਾਰੀ ਚੀਜ਼ਾਂ ਜਿਹੜੀਆਂ ਵੀ ਉਹਨਾਂ ਨੂੰ ਜਿਹੜੀ ਤਰਤੀਬ ਦਿੱਤੀ ਆ ਜੇ ਇਹ ਜਿਹੜੀਆਂ ਪਹਿਲਾਂ ਵਾਲੀਆਂ ਪੋਥੀਆਂ ਸੀਗੀਆਂ ਜੀ ਜੇ ਇਹ ਵੀ ਉਦਾਂ ਹੀ ਹੋਣ ਦੇ ਵਿੱਚ ਰਹਿੰਦੀਆਂ ਜੀ ਤੇ ਫਿਰ ਕਨਫਿਊਜ਼ਨ ਜਿਹੜੀ ਆ ਵੀ ਉਹ ਕ੍ਰੀਏਟ ਹੋਣੇ ਦਾ ਵੀ ਖਦਸ਼ਾ ਹੋ ਸਕਦਾ ਹੈ। ਜੀ ਸੋ ਇਸ ਕਰਕੇ ਵੀ ਇਹ ਸੰਭਾਵਨਾ ਲਈ ਜਾ ਸਕਦੀ ਆ ਵੀ ਉਹ ਜਿਹੜੀਆਂ ਪੋਥੀਆਂ ਸੀਗੀਆਂ ਵੀ ਉਹ ਇੱਕ ਖਾਸ ਆਦੇਸ਼ ਰਾਹੀਂ ਵਾਪਸ ਮੰਗਵਾਈਆਂ ਗਈਆਂ ਜੀ ਤੇ ਜਿਹੜੀ ਆਦਿ ਬੀੜ ਸੀਗੀ ਫਿਰ ਉਹਦੇ ਵਿੱਚੋਂ ਉਸ ਤਰਤੀਬ ਦੇ ਮੁਤਾਬਕ ਜਿਹੜੀਆਂ ਆ ਵੀ ਉਹ ਨਵੀਆਂ ਪੋਥੀਆਂ ਜਿਹੜੀਆਂ ਆ ਜੀ ਭਈ ਉਹ ਉਹਨਾਂ ਨੂੰ ਦਿੱਤੀਆਂ ਗਈਆਂ ਜਾਂ ਉਹ ਆਪ ਕਾਪੀ ਕਰਕੇ ਤੇ ਲੈ ਕੇ ਗਏ। ਜੀ ਉਹ ਸੰਭਾਵਨਾ ਹੈਗੀ ਆ ਪਰ ਇਹ ਸੰਭਾਵਨਾ ਨਹੀਂ ਹੈਗੀ ਕਿ ਉਹਨਾਂ ਨੂੰ ਉਹ ਜਦੋਂ ਬਾਣੀ ਇਕੱਠੀ ਕੀਤੀ ਗਈ ਆ ਆਦਿ ਬੀੜ ਦੇ ਰੂਪ ਦੇ ਵਿੱਚ ਉਸ ਵੇਲੇ ਸੱਦੇ ਦਿੱਤੇ ਗਏ ਉਸ ਵੇਲੇ ਸੱਦੇ ਦਿੱਤੇ ਗਏ। ਸੋ ਉਹ ਉਸ ਹਿਸਾਬ ਨਾਲ ਮਤਲਬ ਆਪਾਂ ਮੰਨ ਸਕਦੇ ਹਾਂ ਵੀ ਜੇ ਇਹ ਕਨਫਿਊਜ਼ਨ ਆ ਜਾਂ ਇਹਦੇ ਵਿੱਚ ਕੋਈ ਤੱਥ ਹੈਗਾ ਜੀ ਵੀ ਉਹ ਇਹ ਸੰਭਾਵਨਾ ਜਿਹੜੀ ਆ ਵੀ ਇਹਦੇ ਨਾਲ ਉਹ ਜਿਹੜਾ ਤੱਥ ਆ ਵੀ ਉਹਨੂੰ ਐਕਸਪਲੇਨ ਕੀਤਾ ਜਾ ਸਕਦਾ। ਨਹੀਂ ਸਹੀ ਗੱਲ ਹੈ ਜੀ। ਤੇ ਅੱਗੇ 9ਵੀਂ ਦਲੀਲ ਉਹ ਦਿੰਦੇ ਹਨ ਕਿ ਰੱਤਾ ਹੋਰ ਡੂੰਘਾਈ ਨਿਗਾਹ ਮਾਰੀਏ ਜੇ ਸੱਚਮੁੱਚ ਹਰ ਥਾਂ ਸ਼ਰਧਾਲੂ ਸਿੱਖਾਂ ਨੇ ਹੀ ਗੁਰੂ ਨਾਨਕ ਦੇਵ ਜੀ ਤੇ ਬਾਕੀ 3 ਗੁਰੂ ਵਿਅਕਤੀਆਂ ਦੇ ਸ਼ਬਦ ਲਿਖ ਰੱਖੇ ਸਨ ਤਾਂ ਸੋਚੀਏ ਕਿ ਉਹਨਾਂ ਲਿਖੇ ਕਿਵੇਂ ਹੋਣਗੇ। ਸ਼ਬਦ ਅਸ਼ਟਪਦੀਆਂ ਛੰਤ ਵਾਰਾਂ ਸਿੱਧਗੋਸ਼ਟ ਓਂਕਾਰ ਆਨੰਦ ਵਰਗੀਆਂ ਲੰਮੀਆਂ ਬਾਣੀਆਂ ਕਿ ਇਹ ਸਭ ਕੁਝ ਸ਼ਰਧਾਵਾਨ ਸਿੱਖਾਂ ਨੇ ਹੀ ਲਿਖ ਕੇ ਸਾਂਭਿਆ ਸੀ। ਕੁਐਸਚਨ ਮਾਰਕ ਕੀ ਸਤਿਗੁਰੂ ਜੀ ਉਹਨਾਂ ਨੂੰ ਆਪ ਲਿਖਾਈ ਜਾਂਦੇ ਸਨ ਜਾਂ ਉਹ ਆਪਣੇ ਆਪ ਸ਼ੌਂਕ ਨਾਲ ਲਿਖ ਲੈਂਦੇ ਸਨ। ਕੁਐਸਚਨ ਮਾਰਕ ਸ਼ਰਧਾਵਾਨ ਆਪਣੇ ਆਪ ਲਿਖਦੇ ਸਨ ਜਾਂ ਸਤਿਗੁਰੂ ਜੀ ਲਿਖਾਈ ਜਾਂਦੇ ਸਨ। ਆਖਰ ਅਖੀਰ ਤੇ ਸੁਧਾਈ ਤਾਂ ਕਰ ਲੈਂਦੇ ਹੋਣਗੇ। ਕੈਸੀ ਅਚਰਜ ਮਿੱਥ ਹੈ। ਪਿੰਡ ਨਗਰ ਸ਼ਹਿਰ ਵਿੱਚ ਸ਼ਰਧਾਵਾਨਾਂ ਨੂੰ ਬੜੇ ਗੌਰ ਨਾਲ ਸੋਧ ਕੇ ਸ਼ਬਦ ਲਿਖਾਈ ਤੇ ਆਪਣੇ ਪਾਸ ਕੁਝ ਨਾ ਰੱਖਣਾ ਖਾਸ ਰਸ ਦੀਆਂ ਪੁਰਾਣਕ ਮਿੱਥਾਂ ਹੀ ਜਾਪਦੀਆਂ ਹਨ। ਪਰ ਇਸ ਮਿੱਥ ਵਿੱਚ ਅਸਾਂ ਇੱਕ ਇਹ ਗੱਲ ਵੀ ਮੰਨ ਲਈ ਹੋਈ ਹੈ ਕਿ ਜਿੱਥੇ ਕਿਤੇ ਗੁਰੂ ਨਾਨਕ ਦੇਵ ਜੀ ਜਾਂ ਬਾਕੀ 3 ਗੁਰੂ ਮਹਿਲਾਂ ਨੇ ਕੋਈ ਸ਼ਬਦ ਉਚਾਰਿਆ ਉੱਥੇ ਤੁਰੰਤ ਕੋਈ ਨਾ ਕੋਈ ਸ਼ਰਧਾਲੂ ਬਣ ਗਿਆ ਜਿਸ ਦੇ ਹਿਰਦੇ ਨੇ ਗੁਰੂ ਕਾ ਵਾਕ ਲਿਖ ਰੱਖਣ ਦੀ ਖਿੱਚ ਖਾਦੀ। ਜੀ ਬਿਲਕੁਲ ਕਿਉਂਕਿ ਮਤਲਬ ਵੀ ਇਹ ਗੱਲ ਹੈਗੀ ਆ ਵੀ ਜਿੱਥੇ ਗੁਰੂ ਪਾਤਸ਼ਾਹ ਨੇ ਪ੍ਰਚਾਰ ਕੀਤਾ ਜੀ ਗੁਰਬਾਣੀ ਦੇ ਦਾ ਕੀਰਤਨ ਕੀਤਾ ਉੱਥੇ ਕਿਸੇ ਨੇ ਗੁਰੂ ਪਾਤਸ਼ਾਹ ਦੀ ਸਿੱਖੀ ਧਾਰਨ ਕਰਕੇ ਜੀ ਤੇ ਗੁਰੂ ਪਾਤਸ਼ਾਹ ਨੂੰ ਇਹ ਬੇਨਤੀ ਕੀਤੀ ਹੋਵੇ ਵੀ ਮੈਨੂੰ ਵੀ ਬਾਣੀ ਦਾ ਜਿਹੜਾ ਹੈਗਾ ਵੀ ਕੋਈ ਸ਼ਬਦ ਜਾਂ ਕੁਛ ਵੀ ਉਹ ਵੀ ਲਿਖਤੀ ਰੂਪ ਦੇ ਵਿੱਚ ਮੇਰੇ ਕੋਲੇ ਛੱਡੋ ਜਾਂ ਮੈਂ ਰੱਖਾਂ ਜੀ। ਤੇ ਹੋ ਸਕਦਾ ਹੈ ਵੀ ਉਸ ਵੇਲੇ ਉਹਨਾਂ ਨੇ ਵੀ ਜਿਹੜੀ ਗੁਰੂ ਪਾਤਸ਼ਾਹ ਦੇ ਕੋਲੇ ਪੋਥੀ ਸੀਗੀ ਤੇ ਉਹਦੇ ਵਿੱਚੋਂ ਕੁਝ ਕਾਪੀ ਜਿਹੜਾ ਆ ਵੀ ਉਸ ਸਿੱਖ ਨੇ ਕੀਤਾ ਹੋਵੇ। ਬਿਲਕੁਲ ਪਰ ਜਿਹੜੇ ਮੇਨ ਨੁਕਤਾ ਉਹ ਫੇਰ ਉਹੀ ਰਹਿੰਦਾ ਆ ਵੀ ਉਹ ਜਿਹੜੀਆਂ ਕਾਪੀਆਂ ਕੀਤੀਆਂ ਗਈਆਂ ਜੀ ਉਹ ਆਪਣੀ ਪਰਸਨਲ ਜਿਹੜੀ ਆ ਵੀ ਉਹਦੇ ਯੂਜ਼ ਲਈ ਜਾਂ ਵਰਤੋਂ ਲਈ ਜਾਂ ਕਹਿ ਲਓ ਵੀ ਫਾਇਦੇ ਲਈ ਬਿਲਕੁਲ ਵੀ ਉਹ ਤੋਂ ਜਿਹੜਾ ਲਾਹਾ ਲੈਣ ਲਈ ਵੀ ਉਹ ਕੀਤਾ ਗਿਆ ਸੀ ਜੀ। ਉਹਦਾ ਪਰਪਸ ਇਹ ਨਹੀਂਗਾ ਵੀ ਜਦੋਂ ਪੰਜਵੇਂ ਪਾਤਸ਼ਾਹ ਨੇ ਬਾਣੀ ਜਿਹੜੀ ਆ ਉਹਨੂੰ ਆਦਿ ਰੂਪ ਬੀੜ ਦਾ ਰੂਪ ਦਿੱਤਾ ਜੀ ਤੇ ਉਸ ਵੇਲੇ ਉਹ ਪੋਥੀਆਂ ਜਿਹੜੀਆਂ ਮੰਗਵਾਈਆਂ ਗਈਆਂ। ਬਿਲਕੁਲ ਨਹੀਂ ਭਾਈ ਉਹੀ ਹੈ ਨਾ ਜਿੱਦਾਂ ਇਹ ਗੱਲ ਕਰਦੇ ਆ ਕਿ ਗੁਰੂ ਸਾਹਿਬ ਬਾਣੀ ਉਚਾਰਦੇ ਗਏ
ਤੇ ਕੋਈ ਸ਼ਰਧਾਲੂ ਜਾਂ ਕੋਈ ਸਿੱਖ ਬਾਣੀ ਲਿਖਦਾ ਰਿਹਾ, ਉਹ ਤਾਂ ਕਹਿ ਲਓ ਕਿ ਬਿਲਕੁਲ ਵੀ ਦਲੀਲ ਤੇ ਨਹੀਂ ਖਰੀ ਉਤਰਦੀ ਹੈਗੀ। ਠੀਕ ਹੈ। ਤੇ ਦੂਜੀ ਜੇ ਆਪਾਂ ਦੂਜੀ ਪੋਸੀਬਿਲਿਟੀ ਦੀ ਗੱਲ ਕਰੀਏ ਕਿ ਗੁਰੂ ਸਾਹਿਬ ਕੋਲ ਜਿਹੜੀ ਪੋਥੀ ਸੀ ਉਹਦੇ ਵਿੱਚੋਂ ਕਾਪੀ ਕਰਦੇ ਗਏ, ਤੇ ਫਿਰ ਉਹ ਗੁਰੂ ਸਾਹਿਬ ਦੀ ਪੋਥੀ ਕਿੱਥੇ ਗਈ? ਗੁਰੂ ਸਾਹਿਬ ਨੇ ਪੋਥੀ ਉਹ ਅਗਲੇ ਗੁਰੂ ਸਾਹਿਬ ਨੂੰ ਦੇਣੀ ਸੀਗੀ, ਤੇ ਉਹ ਪੋਥੀ ਜਿਹੜੀ ਬਾਕੀ ਸਿੱਖਾਂ ਨੇ ਜਾਂ ਸ਼ਰਧਾਲੂਆਂ ਨੇ ਪੋਥੀ ਵਿੱਚੋਂ ਕਾਪੀ ਕੀਤਾ ਕੁਝ ਜਾਂ ਉਤਾਰਾ ਕੀਤਾ, ਉਹ ਮੰਗਵਾਉਣ ਦੀ ਗੁਰੂ ਸਾਹਿਬ ਨੇ ਲੋੜ ਪੈ ਗਈ ਸੀ। ਜੇ ਆਪਸ 'ਚ ਵੀ ਜਦੋਂ ਟਾਕਰਾ ਕਰਦੇ ਆ ਤੇ ਦਲੀਲਾਂ ਦਾ ਤੇ ਉਹ ਬੜੀ ਕਲੀਅਰ ਪਿਕਚਰ ਬਣ ਜਾਂਦੀ ਹੈ ਕਿ ਸਾਰਾ ਕੁਝ ਇੱਕ ਕਹਿ ਲਓ ਕਿ ਮਿਥਿਹਾਸ 'ਚ ਨਿਕਲ ਰਿਹਾ ਹੈਗਾ। ਬਿਲਕੁਲ ਸਹੀ ਗੱਲ ਹੈ ਜੀ। ਤੇ ਜਿਹੜਾ ਉੱਦਾਂ ਵੀ ਜਿਹੜਾ ਕਹਿ ਲਓ ਵੀ ਦੂਸਰਾ ਜਿਹੜਾ ਸਿਸਟਮ ਆ ਸਿੱਖਾਂ ਦਾ, ਹਾਂਜੀ, ਵੀ ਜਦੋਂ ਮੰਜੀਆਂ ਥਾਪ ਦਿੱਤੀਆਂ ਗਈਆਂ ਤੇ ਪੀੜ੍ਹੀਆਂ ਥਾਪ ਦਿੱਤੀਆਂ ਗਈਆਂ ਪ੍ਰਚਾਰ ਤੇ ਪ੍ਰਸਾਰ ਦੇ ਪੱਖੋਂ ਜੀ, ਤੇ ਉਹਦੇ ਵਿੱਚ ਵੀ ਇਹ ਥੋੜੀ ਕਿਹਾ ਗਿਆ ਵੀ ਇਹ ਡੇਰੇ ਥਾਪ ਦਿੱਤੇ ਗਏ ਨੇ ਤੇ ਆਹ ਤੁਹਾਡਾ ਲੋਕਲ ਡੇਰੇਦਾਰ ਆ। ਬਿਲਕੁਲ। ਉਹ ਜਿਹੜੇ ਬੰਦੇ ਥਾਪੇ ਗਏ ਉਹਨਾਂ ਦਾ ਕੰਮ ਸਿਰਫ ਇੰਨਾ ਹੀ ਸੀਗਾ ਵੀ ਗੁਰਬਾਣੀ ਜਿਹੜੀ ਆ ਵੀ ਉਹਦੇ ਲੜ ਲਾਉਣਾ। ਬਿਲਕੁਲ। ਜਿਹੜੇ ਨਵੇਂ ਕੋਈ ਬੰਦੇ ਉਸ ਲੋਕਲ ਇਲਾਕੇ ਦੇ ਵੀ ਗੁਰੂ ਪਾਤਸ਼ਾਹ ਦਾ ਸ਼ਬਦ ਸੁਣ ਕੇ ਜੀ, ਤੇ ਉਹ ਚਾਹੁੰਦੇ ਆ ਵੀ ਇਹਦੇ ਬਾਰੇ ਮੈਂ ਹੋਰ ਜਾਣਕਾਰੀ ਲੈ ਕੇ ਤੇ ਹੋਰ ਗਿਆਨ ਵਧਾ ਕੇ ਤੇ ਉਹਦੇ ਉੱਤੇ ਆਪਣਾ ਜੀਵਨ ਜਿਹੜਾ ਆ ਵੀ ਉਹਨੂੰ ਘੜਾ, ਬਿਲਕੁਲ, ਉਹਨੂੰ ਜੀਆਂ ਜੀ, ਤੇ ਉਹ ਰੋਲ ਜਿਹੜਾ ਆ ਉਹ ਫਿਰ ਮੰਜੀਦਾਰ ਤੇ ਪੀੜ੍ਹੀਦਾਰ ਜਿਹੜਾ ਵੀ ਉਹ ਨਿਭਾਉਂਦਾ ਸੀ। ਬਿਲਕੁਲ। ਵੀ ਗੁਰਬਾਣੀ ਨਾਲ ਨੇੜਤਾ ਵਧਾਉਣੇ ਦਾ ਜੀ ਨਵੇਂ ਜੀ ਸਿੱਖ ਦਾ, ਤੇ ਉਹ ਸਾਰਾ ਜਿਹੜਾ ਵੀ ਬਿਲਕੁਲ ਇਹ ਸਾਡੇ ਵਿਚਾਰਨੇ ਵਾਲਾ ਆ ਵੀ ਜਿਹੜੀਆਂ ਇਹ ਕਹਾਣੀਆਂ ਘੜੀਆਂ ਗਈਆਂ ਨੇ ਜੀ, ਤੇ ਉਹਨਾਂ ਦਾ ਮਕਸਦ ਜਿਹੜਾ ਆ ਉਹ ਬਹੁਤ ਹੀ ਘਿਨਾਉਣਾ ਜਿਹਾ ਆ। ਬਿਲਕੁਲ। ਖਾਸ ਤੌਰ ਤੇ ਜਦੋਂ ਤੁਸੀਂ ਇਹ ਵੀ ਲੈਂਦੇ ਆ ਵੀ ਜਿਹੜੀਆਂ ਪੁਰਾਣਾਂ ਨੇ ਉਪਨਿਸ਼ਦਾਂ ਨੇ ਤੇ ਮਹਾਭਾਰਤ ਆ, ਰਮਾਇਣ ਆ ਜੀ, ਵੀ ਇਹਨੂੰ ਚਲੋ ਇਹ ਤਾਂ ਕਹਿੰਦੇ ਆ ਵੀ ਜੀ ਇਹ ਤੇ 4-5 ਸਾਲ ਪੁਰਾਣੀਆਂ ਆ, ਪਰ ਜਿਹੜਾ ਇਤਿਹਾਸ ਆ ਉਹ ਇਹਨਾਂ ਨੂੰ 2000 ਸਾਲ ਤੋਂ ਪਿੱਛੇ ਨਹੀਂ ਲਿਜਾ ਰਿਹਾ ਜੀ। ਤੇ ਉਹ ਜਿਹੜਾ ਲਿਖਤੀ ਰੂਪ ਆ ਸਾਰਾ, ਵੀ ਉਹ ਜਦੋਂ 2000 ਸਾਲ ਪਹਿਲਾਂ ਤੋਂ ਲਿਖਤੀ ਜਿਹੜਾ ਆ ਵੀ ਉਹ ਰੂਪ ਆਉਣ ਲੱਗ ਪਿਆ ਹੈਗਾ ਇਹਨਾਂ ਲਿਖਤਾਂ ਦੇ ਵਿੱਚ। ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਫਿਰ ਬਾਬਾ ਫਰੀਦ ਦਾ ਜਿਹੜਾ ਆ ਉਹ ਲਿਖਤੀ ਰੂਪ ਦੇ ਵਿੱਚ ਆ, ਤੇ ਤਰਲੋਚਨ ਦਾ ਹੋਰ ਸਾਰੇ ਜਿਹੜੇ ਨੇ ਵੀ ਉਹ ਲਿਖਤੀ ਰੂਪ ਦੇ ਵਿੱਚ ਨੇ ਜੀ। ਤੇ ਫਿਰ ਇਹ ਕਿਉਂ ਕਿਹਾ ਜਾ ਰਿਹਾ ਵੀ ਗੁਰੂ ਪਾਤਸ਼ਾਹੀਆਂ ਨੇ ਜਿਹੜੀ ਬਾਣੀ ਉਚਾਰੀ ਆ ਬਿਲਕੁਲ ਉਹ ਲਿਖਤੀ ਰੂਪ 'ਚ ਨਹੀਂ, ਉਹ ਕਿਸੇ ਹੋਰ ਨੇ ਲਿਖੀ, ਕਿਸੇ ਹੋਰ ਨੇ ਲਿਖੀ ਆ। ਉਹ ਸਾਫ਼ ਹੀ ਪਤਾ ਲੱਗ ਜਾਂਦਾ ਵੀ ਭਾਈ ਮਕਸਦ ਜਿਹੜਾ ਇਹ ਕਹਿਣ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਸਿਰਫ ਉਚਾਰਿਆ ਆ ਵੀ ਲਿਖਿਆ ਨਹੀਂ ਜੀ, ਤੇ ਉਹ ਬਹੁਤ ਹੀ ਕਹਿ ਲਓ ਵੀ ਸਿੱਖੀ ਦੇ ਹਮਲੇ ਵਾਲਾ ਹੀ ਆ, ਹੋਰ ਇਹ ਤੋਂ ਇਲਾਵਾ। ਬਿਲਕੁਲ ਭਾਜੀ, ਕਿਉਂਕਿ ਨਾ ਜਦੋਂ ਅਸੀਂ ਰਮਾਇਣ ਦੀ ਵੀ ਗੱਲ ਕਰ ਲਈ ਆਪਾਂ ਉਦਾਹਰਨ ਦੇ ਤੌਰ ਤੇ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਮਿਥਿਹਾਸਕ ਕਹਾਣੀ ਹੈਗੀ ਹੈ। ਠੀਕ ਹੈ ਜੀ। ਤੇ ਹੁਣ ਉਹਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਹ ਮਿਥਿਹਾਸਕ ਕਹਾਣੀ ਨੇ, ਇਤਿਹਾਸਕ ਕਹਾਣੀ ਹੈ ਤੇ ਇਹ ਇਦਾਂ ਹੀ ਲਿਖੀ ਹੋਈ ਹੈ ਜਿੱਦਾਂ ਹੋਈ ਸੀਗੀ। ਕਹਿਣ ਦਾ ਭਾਵ ਹੈ ਕਿ ਉਹਨੂੰ ਅਸੀਂ ਕਿਹੜੇ ਨਿਗਾਹ ਨਾਲ ਦੇਖਦੇ ਹਾਂ, ਕਿੱਦਾਂ ਦੇਖਦੇ ਹਾਂ ਆਪਾਂ, ਦੁਨੀਆ ਕਿੱਦਾਂ ਦੇਖੂਗੀ ਉਸ ਚੀਜ਼ ਨੂੰ ਜਦੋਂ ਤੁਸੀਂ ਉਹਨਾਂ ਨੂੰ ਦੱਸੋਗੇ ਸੱਚਾਈ। ਹੁਣ ਜਦੋਂ ਅਸੀਂ ਆਪਣੇ ਗ੍ਰੰਥ ਦੀ ਗੱਲ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ, ਜਦੋਂ ਦੁਨੀਆ ਨੂੰ ਪਤਾ ਲੱਗੂਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਜਿਹੜੀ ਗੁਰਬਾਣੀ ਹੈ ਇਹ ਜਿਹੜਿਆਂ ਨੇ ਉਚਾਰੀ ਹੈ ਉਹਨਾਂ ਨੇ ਨਹੀਂ ਲਿਖੀ, ਤੇ ਉਹਦਾ ਜਿਹੜਾ ਇੰਪ੍ਰੈਸ਼ਨ ਪੈਣਾ ਆ ਉਹ ਬਿਲਕੁਲ ਹੀ ਵੱਖਰਾ ਪੈਣਾ ਆ ਜਦੋਂ ਇਹ ਦੱਸਿਆ ਜਾਊਗਾ ਕਿ ਭਾਈ ਜਿਹੜਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਕੋਲ ਐਟ ਪ੍ਰੈਜ਼ੈਂਟ ਹੈਗਾ ਆ, ਇਹਦੇ ਵਿੱਚ ਜੋ ਗੁਰਬਾਣੀ ਉਚਾਰੀ ਗਈ ਹੈ, ਜੋ ਬਾਣੀ ਉਚਾਰੀ ਗਈ ਹੈ, ਗੁਰੂ ਸਾਹਿਬਾਨ ਨੇ ਆਪ ਲਿਖੀ ਹੈ। ਜਿਹੜਾ ਉਹ ਸੁਨੇਹਾ ਸਮਾਜ ਨੂੰ ਦੇਣਾ ਚਾਹੁੰਦੇ ਸੀ, ਇਨਸਾਨੀਅਤ ਨੂੰ ਦੇਣਾ ਚਾਹੁੰਦੇ ਸੀ, ਉਹਨਾਂ ਨੇ ਆਪ ਉਹਦੇ ਵਿੱਚ ਦਰਜ ਕੀਤਾ ਆ। ਤੇ ਕਿਤੇ ਵੀ ਫਿਰ ਜਿਹੜੀ ਮਿਲਾਵਟ ਵਾਲੀ ਗੱਲ, ਕਿਤੇ ਵੀ ਤੁਹਾਨੂੰ ਜਿਹੜੀ ਉਹ ਹੈਗਾ ਆ ਸਟੈਪ ਬਿਲਕੁਲ ਹੀ ਐਲੀਮੀਨੇਟ ਹੋ ਜਾਂਦਾ ਹੈਗਾ ਆ। ਉਹ ਸਹੀ ਗੱਲ ਆ। ਜਿਹੜਾ ਨੁਕਤਾ ਤੁਸੀਂ ਮਿਲਾਵਟ ਵਾਲਾ ਕੀਤਾ ਆ, ਇਹ ਵੀ ਇਸ ਗੱਲ ਨੂੰ ਪੁਆਇੰਟ ਆਊਟ ਕਰਦਾ ਆ ਵੀ ਗੁਰੂ ਪਾਤਸ਼ਾਹ ਨੇ ਲਿਖਤੀ ਰੂਪ ਜਿਹੜਾ ਦਿੱਤਾ ਜੀ, ਵੀ ਉਹ ਹੁਣ ਜਿਹੜੀਆਂ ਉਪਨਿਸ਼ਦਾਂ ਨੇ, ਜਿਹੜੀਆਂ ਪੁਰਾਣਾਂ ਨੇ, ਹਾਂਜੀ, ਉਹਦੇ ਵਿੱਚ ਇਹ ਇੱਕ ਸਾਬਤ ਕੀਤਾ ਹੋਇਆ ਫੈਕਟ ਆ ਵੀ ਇਹਦੇ ਵਿੱਚ ਸਮੇਂ-ਸਮੇਂ ਦੇ ਉੱਤੇ ਫੇਰ ਬਦਲ ਜਿਹੜੇ ਆ ਵੀ ਬਾਹਮਣ ਕਰਦੇ ਰਹੇ। ਸੋ ਉਸ ਕਰਕੇ ਵੀ ਉਹਦੇ ਤੋਂ ਸਾਰਾ ਕੁਝ ਬਚਾਉਣਾ, ਬਿਲਕੁਲ, ਕਿਉਂਕਿ ਮੇਨ ਜਿਹੜਾ ਮੁੱਦਾ ਆ ਵੀ ਗੁਰੂ ਪਾਤਸ਼ਾਹ ਜਾਣਦੇ ਸੀਗੇ ਵੀ ਇਹ ਜਿਹੜੇ ਦੁਸ਼ਮਣ ਆ ਜੀ, ਉਹ ਬਾਹਮਣ ਜਮਾਤ ਵਿਪਰ ਆ, ਵੀ ਜਿਹਦਾ ਕੰਮ ਹੀ ਇਹ ਆ ਵੀ ਜੋ ਕੁਝ ਵੀ ਆਲੇ ਦੁਆਲੇ ਹੋ ਰਿਹਾ ਉਹਦੇ ਉੱਤੇ ਆਪਣਾ ਜਿਹੜਾ ਆ ਵੀ ਉਹ ਹੱਕ ਜਮਾ ਕੇ, ਤੇ ਜਿਨ੍ਹਾਂ ਨੂੰ ਉਹਨੇ ਇਹਨਾਂ ਚੀਜ਼ਾਂ ਤੋਂ ਦੂਰ ਰੱਖਿਆ ਹੋਇਆ ਜੀ ਵੀ ਉਹ ਇਦਾਂ ਹੀ ਦੂਰ ਰੱਖਣਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਚੀਜ਼ ਵੀ ਜਿਹੜੀ ਤਰਤੀਬ ਦਿੱਤੀ ਗਈ ਜੀ ਇਸ ਹਿਸਾਬ ਨਾਲ, ਸ਼ਬਦਾਂ ਦੀ ਗਿਣਤੀ ਕੀਤੀ ਗਈ, ਉਹ ਸਾਰਾ ਕੁਝ ਇਹੀ ਚੀਜ਼ ਦੱਸਦਾ ਵੀ ਇਹਦੇ ਵਿੱਚ ਮਿਲਾਵਟ ਜਿਹੜੀ ਆ ਉਹ ਇੱਕ ਕਹਿ ਲਓ ਵੀ ਕਲੀਅਰ ਐਂਡ ਪ੍ਰੈਜ਼ੈਂਟ ਡੇਂਜਰ ਸੀਗਾ, ਖਤਰਾ ਸੀ ਇੱਕ। ਬਿਲਕੁਲ ਸੀ। ਉਹ ਜਿਹੜੇ ਖਤਰੇ ਤੋਂ ਗੁਰੂ ਪਾਤਸ਼ਾਹ ਨੇ ਉਹ ਤਰਤੀਬ ਜਿਹੜੀ ਦਿੱਤੀ ਉਹਨੂੰ ਉਹਦੇ ਕਾਰਨ ਮਹਿਫੂਜ਼ ਕਰ ਲਿਆ। ਬਿਲਕੁਲ ਜੀ। ਵੀ ਜਿਹੜਾ ਮਹਿਫੂਜ਼ ਰਿਹਾ ਫਿਰ ਬਿਲਕੁਲ ਰਿਹਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇਸੇ ਚੀਜ਼ ਵੱਲ ਨੂੰ ਹੀ ਪੁਆਇੰਟ ਆਊਟ ਕਰਦਾ ਆ ਵੀ ਵਿਪਰ ਦੇ ਜਿਹੜੇ ਇਹ ਕਹਿ ਲਓ ਵੀ ਘਿਨਾਉਣੇ ਡਿਜ਼ਾਈਨ ਸੀਗੇ ਜੀ, ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ
ਵੀ ਹਾਰ ਦਾ ਜਿਹੜਾ ਆ ਵੀ ਉਹ ਮੂੰਹ ਬਰਾਹ ਜਿਹੜਾ ਵੀ ਉਹ ਦਿਖਾ ਦਿੱਤਾ। ਬਿਲਕੁਲ ਬਿਲਕੁਲ। ਤੇ ਅਗਲੀ ਅਸੀਂ ਦਲੀਲ ਪੜ੍ਹਦੇ ਹਾਂ, ਜਿਹੜੀ ਕਿ ਆਖਰੀ ਦਲੀਲ ਹੈ ਇਸ ਚੈਪਟਰ ਦੀ 10ਵੀਂ, ਜਿਸ 'ਚੋਂ ਲਿਖਦੇ ਹਨ ਕਿ ਗਿਆਨੀ ਗਿਆਨ ਸਿੰਘ ਨੇ ਇੱਕ ਭਾਈ ਬਖਤੇ ਅਰੋੜੇ ਦਾ ਜ਼ਿਕਰ ਕੀਤਾ ਹੈ। ਬਖਤੇ ਦਾ ਉਦਮ ਤਾਂ ਇੱਕ ਹੈਰਾਨ ਕੌਣ ਗੁੰਝਲ ਹੈ। ਭਾਈ ਬਖਤਾ ਹਰੇਕ ਗੁਰ ਸਾਹਿਬ ਦੇ ਪਾਸ ਰਹਿ ਕੇ ਉਹਨਾਂ ਦੇ ਸਾਰੇ ਸ਼ਬਦ ਲਿਖਦਾ ਰਿਹਾ ਤੇ ਅਖੀਰ ਉੱਤੇ ਹਰੇਕ ਗੁਰ ਵਿਅਕਤੀ ਦੇ ਹਸਤਾਖਰ ਲੈ ਲੈਂਦਾ ਰਿਹਾ। ਕਿਉਂ? ਇਸ ਪਕਿਆਈ ਵਾਸਤੇ ਕਿ ਜਿਸ ਗੁਰੂ ਵਿਅਕਤੀ ਦੇ ਹਸਤਾਖਰ ਲਏ ਗਏ ਹਨ, ਇਹ ਬਾਣੀ ਉਹਨਾਂ ਦੀ ਹੀ ਹੈ। ਪਰ ਫਿਰ ਭਾਈ ਬਖਤੇ ਵਾਲੀ ਬੀੜ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਬਹੁਤ ਹੀ ਵੱਡੇ ਆਕਾਰ ਵਾਲੀ ਕਿਵੇਂ ਬਣ ਗਈ? ਉਸ ਵਿੱਚ ਹੈ ਸੀ ਵੀ ਸਿਰਫ 4 ਗੁਰੂ ਮਹਿਲਾਂ ਦੀ ਬਾਣੀ, ਨਾ ਭੱਟਾਂ ਦੇ ਸਵਈਏ, ਨਾ ਭਗਤਾਂ ਦੀ ਬਾਣੀ ਤੇ ਨਾ ਪੰਜਵੇਂ ਗੁਰੂ ਸਾਹਿਬ ਦੀ ਬਾਣੀ। ਫਿਰ ਵੀ ਉਸ ਦਾ ਆਕਾਰ ਬਹੁਤ ਵੱਡਾ ਬਣ ਗਿਆ ਕਿਵੇਂ? ਗੁਰੂ ਅਰਜਨ ਸਾਹਿਬ ਨੇ ਉਸ ਵਿੱਚੋਂ ਕਾਂਟ ਛਾਂਟ ਕਿਉਂ ਕੀਤੀ? ਜੇ ਰੱਦ ਹੋਈ ਬਾਣੀ ਗੁਰਬਾਣੀ ਹੀ ਸੀ ਤਾਂ ਕਿਉਂ ਰੱਦੀ ਗਈ? ਜੇ ਗੁਰਬਾਣੀ ਨਹੀਂ ਸੀ ਤਾਂ ਭਾਈ ਬਖਤੇ ਨੇ ਕਿੱਥੋਂ ਲਿਖ ਲਈ ਸੀ? ਤੇ ਉਸ ਨਕਲੀ ਚੀਜ਼ ਉੱਤੇ ਹਰੇਕ ਗੁਰ ਵਿਅਕਤੀ ਨੇ ਆਪਣੇ ਹਸਤਾਖਰ ਕਿਉਂ ਦਿੱਤੇ? ਬਿਲਕੁਲ, ਕਿਉਂਕਿ ਹੁਣ ਇਹ ਜਿਹੜੇ ਹੈਗੇ ਨਾ ਵੀ ਨੰਬਰ 1 ਤੇ ਇਹ ਆ ਵੀ ਜਿਹੜੀਆਂ ਇਹ ਕਹਾਣੀਆਂ ਘੜੀਆਂ ਗਈਆਂ ਜੀ, ਤੇ ਇਹਨਾਂ ਦੇ ਵਿੱਚੋਂ ਜਿਹੜੇ ਬਹੁਤੇ ਮੈਨੂਸਕ੍ਰਿਪਟ ਆ ਜੀ ਜਿਨ੍ਹਾਂ ਦੇ ਬੇਸ ਦੇ ਉੱਤੇ ਕਹਾਣੀਆਂ ਘੜੀਆਂ ਗਈਆਂ, ਬਿਲਕੁਲ ਉਹ 84 ਦੇ ਵਿੱਚ ਉਹਨਾਂ ਨੇ ਜਿਹੜੀ ਲਾਇਬ੍ਰੇਰੀ ਸਾੜੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਰੈਫਰੈਂਸ ਉਹਦੇ ਵਿੱਚ ਉਹ ਕਰ ਦਿੱਤਾ ਡਿਕਲੇਅਰ ਜੀ ਵੀ ਇਹ ਸੜ ਗਏ ਸਾਰੇ। ਜੀ। ਹੁਣ ਜੇ ਤੁਸੀਂ ਉਹ ਜਿੱਦਾਂ ਹੁਣ ਸਾਇੰਸ ਨੇ ਤਰੱਕੀ ਕੀਤੀ ਆ, ਹਾਂਜੀ, ਤੁਸੀਂ ਪੇਪਰ ਤੋਂ ਸਿਆਹੀ ਤੋਂ ਉਹਦਾ ਐਨ ਕੈਮੀਕਲ ਐਨਾਲਿਸਿਸ ਕਰਕੇ ਤੁਸੀਂ ਕੱਲੀ ਚੀਜ਼ ਜਿਹੜੀ ਆ ਵੀ ਉਹ ਕੱਢ ਸਕਦੇ ਆ ਵੀ ਕਿਹੜੇ ਸਮੇਂ ਦੇ ਉੱਤੇ ਇਹ ਲਿਖੀ ਗਈ। ਬਿਲਕੁਲ। ਉਹਦੇ ਨਾਲ ਜਿਹੜੇ ਹਸਤਾਖਰ ਸੀਗੇ ਉਹ ਸਾਫ਼ ਹੀ ਪਤਾ ਲੱਗ ਜਾਣੇ ਸੀਗੇ ਕਿ ਭਾਈ ਇਹ ਕਿਹੜੇ ਟਾਈਮ ਦੇ ਉੱਤੇ ਕਿਹਨੇ ਕੀਤੇ ਆ। ਬਿਲਕੁਲ। ਦੂਜੀ ਗੱਲ ਜਿਹੜੀ ਆ ਵੀ ਉਹ ਹੁਣ ਹਸਤਾਖਰਾਂ ਵਾਲਾ ਜਿਹੜਾ ਸਿਸਟਮ ਆ ਗੁਰੂ ਪਾਤਸ਼ਾਹੀਆਂ ਵੇਲੇ ਦਾ, ਜਾਂ ਕਹ ਲਓ ਵੀ ਜਿਹੜਾ ਗੁਰੂ ਪਾਤਸ਼ਾਹ ਵਰਤਦੇ ਸੀਗੇ ਜੀ, ਉਹ ਸੀਗਾ ਜਪਜੀ ਸਾਹਿਬ ਜੀ। ਜਿਹੜੀ ਕੋਈ ਵੀ ਬੀੜ ਜਿਹੜੀ ਆ ਉਹਦੇ ਵਿੱਚ ਜਿਹੜਾ ਜਪਜੀ ਸਾਹਿਬ ਤੇ ਬਲਕਿ ਕਹ ਲਓ ਕਿ ਮੂਲ ਮੰਤਰ ਜਿਹੜਾ, ਹਾਂਜੀ, ਵੀ ਜਿਹੜੀ ਵੀ ਬੀੜ ਜਿਹੜੇ ਗੁਰੂ ਪਾਤਸ਼ਾਹ ਦੇ ਵੇਲੇ ਲਿਖੀ ਗਈ ਔਰ ਆਥੋਰਾਈਜ਼ਡ ਕਹ ਲਓ ਵੀ ਜੀ, ਉਹਦੇ ਵਿੱਚ ਉਸ ਗੁਰੂ ਪਾਤਸ਼ਾਹ ਦਾ ਜਿਹੜਾ ਆ ਵੀ ਉਹ ਮੂਲ ਮੰਤਰ ਜਿਹੜਾ ਆ ਵੀ ਉਹ ਲਿਖਿਆ ਜਾਂਦਾ ਸੀ ਉਹਨਾਂ ਦੇ ਹੱਥ ਨਾਲ ਜੀ। ਤੇ ਉਹਦੇ ਵਿੱਚ ਈਵਨ ਇਹ ਵੀ ਲਿਖਿਆ ਜਾਂਦਾ ਸੀਗਾ ਵੀ ਇਹ ਜਿਹੜੀ ਆ ਵੀ ਇਹ ਚੌਥੇ ਪਾਤਸ਼ਾਹ ਦੇ ਹੱਥ ਦਾ ਜਿਹੜਾ ਲਿਖਿਆ ਮੂਲ ਮੰਤਰ ਉਹਦੀ ਕਾਪੀ ਆ ਜੀ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਇੱਕ ਬਕਾਇਦਾ ਐਨ ਵੀ ਜਿਹੜਾ ਅਜੇ ਤੱਕ ਵੀ ਸਾਡੇ ਤੱਕ ਪਹੁੰਚਿਆ ਆ ਜੀ, ਵੀ ਉਹ ਸਾਰੇ ਦਾ ਸਾਰਾ ਜਿਹੜਾ ਆ ਉਹ ਐਨ ਪ੍ਰੋਪਰ ਸਿਸਟਮ ਜਿਹੜਾ ਵੀ ਉਹ ਹੈਗਾ ਵੀ ਜਿਹੜੇ ਇਸ ਚੀਜ਼ ਦੀ ਰਿਸਰਚ ਕਰਦੇ ਆ ਵੀ ਉਹਨਾਂ ਨੂੰ ਪਤਾ ਆ ਵੀ ਕਿੱਦਾਂ ਆਥੈਂਟਿਸਿਟੀ ਜਿਹੜੀ ਆ ਵੀ ਉਹ ਚੈੱਕ ਕਰਦੇ ਆ। ਸੋ ਜਿਹੜਾ ਦੁਸ਼ਮਣ ਆ ਉਹਨੂੰ ਹੁਣ ਉਹ ਐਂਟਰੀ ਕੇਸਿਸ ਪਤਾ ਨਹੀਂ ਗੀਆਂ। ਸੋ ਇਸ ਕਰਕੇ ਜਿਹੜੇ ਪੁਰਾਣੇ ਗਲਤ ਜਿਹੜੇ ਮੈਨੂਸਕ੍ਰਿਪਟ ਉਹਨੇ ਕਰ ਲਏ ਆ ਸਥਾਪਿਤ, ਹੁਣ ਉਹਦਾ ਚਾਰਾ ਕੋਈ ਨਹੀਂ। ਇਸ ਕਰਕੇ ਉਹ 84 ਵਾਲਾ ਜਿਹੜਾ ਲਾਇਬ੍ਰੇਰੀ ਸਾੜੀ ਆ ਉਹਦੇ ਵਿੱਚ ਜਿਹੜੇ ਸਾਰੇ ਕੁਝ ਕਰ ਦਿੱਤਾ ਵੀ ਇੱਧਰ ਉੱਧਰ ਉਹ ਸਾਰਾ ਜਿਹੜਾ ਕਹਿ ਲਓ ਵੀ ਉਸ ਪਲਾਨ ਦਾ ਹਿੱਸਾ ਆ ਵੀ ਜਿਹਦੇ ਵਿੱਚ ਉਹਨਾਂ ਨੇ ਵੀ ਜਿਹੜੀਆਂ ਜਾਲੀ ਕਹਾਣੀਆਂ ਘੜੀਆਂ ਵੀ ਜਿਹੜੇ ਬੇਸ ਦੇ ਉੱਤੇ ਘੜੀਆਂ ਗਈਆਂ ਉਹ ਬੇਸ ਖਤਮ ਕਰ ਦਿੱਤੇ ਆ ਤੇ ਹੁਣ ਜਿਹੜੀਆਂ ਕਹਾਣੀਆਂ ਆ ਸਿਰਫ ਉਹ ਪ੍ਰਚਾਰੀਆਂ ਜਾ ਰਹੀਆਂ ਜੀ। ਬਿਲਕੁਲ। ਔਰ ਇਹ ਕਹਿ ਕੇ ਪ੍ਰਚਾਰੀਆਂ ਜਾ ਰਹੀਆਂ ਜੀ ਵੀ ਇਦਾਂ ਸੀਗਾ ਮੈਨੂਸਕ੍ਰਿਪਟ ਜੀ, ਤੇ ਫਿਰ ਉਹ ਮਿਸ਼ਨਰੀਆਂ ਦੇ ਸਿਰ ਮੜ ਦਿੱਤਾ ਜਾਂਦਾ ਆ ਜੀ ਵੀ ਇਹ ਜਿਹੜੇ ਮਿਸ਼ਨਰੀ ਨੇ ਭਈ ਇਹ ਅਖੇ ਵੀ ਜਿਹੜੀਆਂ ਦੂਸਰੀਆਂ ਟ੍ਰੈਡੀਸ਼ਨਲ ਨੇ ਇਤਿਹਾਸਕ ਸਰੋਤ ਤੇ ਹੋਰ ਉਹਨਾਂ ਦੇ ਉੱਤੇ ਇਹ ਸਵਾਲ ਪੈਦਾ ਕਰਦੇ ਆ ਜੀ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਉਹ ਦੁਸ਼ਮਣ ਦੇ ਕਹਿ ਲਓ ਵੀ ਖੇਡ ਦਾ ਹੀ ਦੁਸ਼ਮਣੀ ਦਾ ਹਿੱਸਾ ਨੇ। ਬਿਲਕੁਲ, ਉਹਦੀ ਖੇਡ ਦਾ ਹਿੱਸਾ ਭਾਈ। ਜਿੱਦਾਂ ਹੁਣ ਇਹਨਾਂ ਨੇ ਵੀ ਭਾਈ ਸਾਹਿਬ ਸਿੰਘ ਉਹਨਾਂ ਨੇ ਵੀ ਮੈਂਸ਼ਨ ਕੀਤਾ ਕਿ ਜਿਹੜਾ ਬਖਤੇ ਵਾਲੀ ਬੀੜ ਸੀਗੀ, ਬਖਤੇ ਅਰੋੜੇ ਵਾਲੀ, ਉਹ ਕਾਫੀ ਵੱਡੀ ਸੀਗੀ ਆਕਾਰ ਦੇ ਵਿੱਚ, ਤੇ ਉਹ ਫਿਰ ਬੜੇ ਵਾਜਬ ਸਵਾਲ ਇਹਨਾਂ ਨੇ ਰੇਜ਼ ਕੀਤੇ ਨੇ ਕਿ ਭਾਈ ਜੇ ਉਹ 'ਚੋਂ ਬਾਣੀ ਰੱਦੀ ਗਈ ਹੈ ਤੇ ਉਹ ਕਿਉਂ ਰੱਦੀ ਗਈ ਹੈ? ਜੇ ਉਹ ਨਹੀਂ ਗੁਰਬਾਣੀ ਸੀਗੀ ਤੇ ਉਹ ਐਡ ਕਿਉਂ ਕੀਤੀ ਗਈ ਉਸ ਗ੍ਰੰਥ ਦੇ ਵਿੱਚ, ਉਸ ਪੋਥੀ ਦੇ ਵਿੱਚ? ਤਾਂ ਉਹ ਸਾਰੀਆਂ ਚੀਜ਼ਾਂ ਤੁਸੀਂ ਨਿਗਾਹ ਮਾਰਦੇ ਆ ਭਾਈ, ਜਦੋਂ ਉਹਨੂੰ ਪੜਚੋਲ ਕਰਦੇ ਹੋ ਤਾਂ ਬੜੀ ਹੱਦ ਤੱਕ ਪਿਕਚਰ ਕਲੀਅਰ ਹੋ ਜਾਂਦੀ ਹੈ ਕਿ ਇਹ ਸਾਰੀਆਂ ਝੂਠੀਆਂ ਕਹਾਣੀਆਂ ਗੁਰੂ ਸਾਹਿਬਾਨ ਦੇ ਨਾਲ ਜੋੜੀਆਂ ਗਈਆਂ ਸੀਗੀਆਂ। ਤੇ ਉਹੀ ਜਿਹੜਾ ਦੁਸ਼ਮਣ ਆ ਉਹ ਸਮੇਂ-ਸਮੇਂ ਤੇ ਪੈਂਤੜਾ ਬਦਲਦਾ ਰਹਿੰਦਾ ਆ। ਅੱਜ ਦੇ ਸਮੇਂ 'ਚ ਤੁਸੀਂ ਜਦੋਂ ਵਿਚਾਰਦੇ ਆ ਜਿਹੜਾ ਖੱਪ ਗ੍ਰੇਡ ਵਾਲਾ ਸਿਸਟਮ ਆ, ਇਹ ਢੱਡਰੀਆਂ ਵਾਲਾ ਸਿਸਟਮ ਆ, ਇਹ ਵੀ ਇੱਦਾਂ ਦੀਆਂ ਝੂਠੀਆਂ ਕਹਾਣੀਆਂ ਗੁਰੂ ਸਾਹਿਬਾਨ ਦੇ ਨਾਲ ਜੋੜ ਕੇ ਆਪਣਾ ਤੋਰੀ ਫੁਲਕਾ ਚਲਾਉਣ ਨੂੰ, ਆਪਣਾ ਡੇਰਾ ਚਲਾਉਣ ਨੂੰ ਉਹ ਵਰਤਿਆ ਜਾ ਰਿਹਾ। ਯਾਨੀ ਕਿ ਕੀ ਅਲਟੀਮੇਟਲੀ ਸਿਰਫ ਗੁਰੂ ਸਾਹਿਬਾਨ ਦਾ ਨਾਂ ਵਰਤਿਆ ਜਾ ਰਿਹਾ ਆ। ਹੁਣ ਜਿੱਦਾਂ ਕਿ ਉਦਾਹਰਨ ਦੇ ਵਜੋਂ ਅਸੀਂ ਗੱਲ ਕਰੀਏ, ਹੁਣ ਇਹ ਖੱਪ ਗ੍ਰੇਡਾਂ ਵੱਲੋਂ ਇੱਕ ਨਵਾਂ ਜਿਹਾ ਸ਼ੋਸ਼ਾ ਇੱਕ ਛੱਡਿਆ ਗਿਆ ਕਿ ਜੇ ਗੁਰੂ ਸਾਹਿਬ ਹੁਣ ਉੱਥੇ ਜਾਤ ਪਾਤ ਦੇ ਵਿੱਚ ਲਿਆ ਕੇ ਬੜੇ ਗਲਤ ਤਰੀਕੇ ਨਾਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਗੁਰੂ ਸਾਹਿਬ ਖੱਤਰੀ ਸੀਗੇ, ਮਤਲਬ ਜਿੰਨੇ ਗੁਰੂ ਸਾਹਿਬ ਸੀਗੇ ਉਹ ਖੱਤਰੀ ਸੀਗੇ, ਤਾਂ ਉਹ ਦਲੇਰ ਸੀਗੇ,
ਤਾਂ ਉਹ ਹਿੰਮਤ ਵਾਲੇ ਸੀਗੇ। ਜੇ ਉਹ ਜੱਟ ਹੁੰਦੇ, ਜੋ ਜ਼ਮੀਂਦਾਰ ਹੁੰਦੇ, ਤੇ ਉਹ ਸਿੱਖੀ ਨਹੀਂ ਬਣਨੀ ਸੀਗੀ ਜਿਹੜੀ ਉਹ ਖੱਤਰੀ ਉਸ ਕਿਰਦਾਰ 'ਚ ਬਣੀ। ਯਾਨੀ ਲਿਬੜੀ ਵੱਲੋਂ ਦਿੱਤੀ ਗਈ ਸਟੇਟਮੈਂਟ ਹੈ। ਬਿਲਕੁਲ ਜੀ। ਇਸ ਔਰ ਉਹ ਮਤਲਬ ਭਈ ਇੰਨੇ ਘਟੀਆ ਪੱਧਰ ਦੀ ਸਟੇਟਮੈਂਟ ਆ ਭਈ ਗੱਲ ਛੱਡ ਦਿਓ, ਕਿਉਂਕਿ ਜਿਹੜੀ ਹੈਗੀ ਨਾ ਜਿਹੜੀ ਸੱਟ ਮਾਰੀ ਜਾ ਰਹੀ ਹੈ ਜੀ, ਉਹ ਇਸ ਚੀਜ਼ ਦੇ ਉੱਤੇ ਮਾਰੀ ਜਾ ਰਹੀ ਆ ਭਈ ਇਹ ਸਾਰਾ ਕੁਝ ਜਿਹੜਾ ਆ ਵੀ ਇਹ ਆਲਰੇਡੀ ਕਿਰਦਾਰ ਸੀਗਾ ਵੀ ਸਿੱਖੀ ਨੇ ਕਿਰਦਾਰ ਨਹੀਂ ਘੜਿਆ। ਹਾਂਜੀ ਹਾਂਜੀ। ਔਰ ਇਹ ਜਿਹੜੀ ਦਲੀਲ ਆ ਅਸਲ ਦੇ ਵਿੱਚ ਜੀ, ਇਹ ਮੈਕਲਾਊਡ ਦੀ ਦਲੀਲ ਆ। ਠੀਕ ਹੈ। ਜਿਹੜਾ ਹਿਊ ਮੈਕਲਾਊਡ ਸੀ ਨਾ, ਤੇ ਜਿਹਨੇ ਬੜੇ ਸਿਸਟਮੈਟਿਕ ਤਰੀਕੇ ਦੇ ਨਾਲ ਅੰਗਰੇਜ਼ੀ ਦੇ ਵਿੱਚ ਸਿੱਖਾਂ ਦੇ ਉੱਤੇ, ਸਿੱਖ ਫਿਲਾਸਫੀ ਤੇ ਸਿੱਖ ਹਿਸਟਰੀ ਦੇ ਉੱਤੇ ਜੀ ਹਮਲੇ ਕੀਤੇ ਜੀ, ਤੇ ਮਰ ਗਿਆ ਹੁਣ 2004 ਦੇ ਵਿੱਚ ਜੀ। ਮੌਤ ਹੋ ਗਈ ਤੇ 2006 ਦੇ ਵਿੱਚ ਕਿਤੇ ਮੌਤ ਹੋਈ ਆ। ਠੀਕ ਹੈ ਜੀ। ਤੇ ਉਹਦੀ ਦਲੀਲ ਇਹ ਸੀਗੀ, ਉਹਨੇ ਕਿਤਾਬ ਪੂਰੀ ਇੱਕ ਲਿਖੀ, ਓਕੇ ਜੀ, ਜਿਹਦੇ ਵਿੱਚ ਉਹ ਇਹ ਦਲੀਲ ਦਿੰਦਾ ਭਈ ਅਖੇ ਜੀ ਭਈ 6ਵੇਂ ਪਾਤਸ਼ਾਹ ਦੇ ਵੇਲੇ ਨਾ ਜੀ, ਭਈ ਜਿਹੜਾ ਸਿੱਖਾਂ ਨੇ ਹਥਿਆਰ ਚੱਕੇ ਆ ਉਹ ਅਸਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਵੱਲੋਂ ਜਿਹੜੀ ਫਿਲਾਸਫੀ ਦਿੱਤੀ ਗਈ ਸੀ ਜੀ, ਉਹ ਤੋਂ ਉਲਟ ਸੀਗਾ। ਤੇ ਉਹਦਾ ਕਾਰਨ ਉਹ ਇਹ ਦਿੰਦਾ ਭਈ ਅਖੇ ਜੀ ਉਸ ਵੇਲੇ ਨਾ ਅਚਾਨਕ ਭਈ ਬਹੁਤ ਸਾਰੇ ਜੱਟ ਜਿਹੜੇ ਸੀਗੇ ਭਈ ਉਹ ਸਿੱਖ ਬਣ ਗਏ। ਤੇ ਜੱਟ ਜਿਹੜੇ ਆ ਭਈ ਉਹ ਪਹਿਲਾਂ ਹੀ ਦਾੜੀਆਂ ਰੱਖਦੇ ਸੀਗੇ ਤੇ ਕੇਸ ਜਿਹੜੇ ਉਹ ਕੱਟਦੇ ਨਹੀਂ ਸੀ ਤੇ ਕੋਲ ਕਿਰਪਾਨ ਰੱਖਦੇ ਸੀ ਜੀ। ਇਸ ਕਰਕੇ ਅਖੇ ਭਈ ਜਿਹੜੀ ਆ ਭਈ ਕੇਸ ਰੱਖਣੇ, ਦਾੜੀ ਨਹੀਂ ਕੱਟਣੀ ਤੇ ਕਿਰਪਾਨ ਰੱਖਣੀ ਜਿਹੜੀ ਆ ਉਹ ਸਿੱਖੀ ਦਾ ਹਿੱਸਾ ਬਣ ਗਈ। ਮਤਲਬ 6ਵੇਂ ਪਾਤਸ਼ਾਹ ਤੇ ਉਹ ਤੋਂ ਪਹਿਲਾਂ ਤੱਕ ਮਤਲਬ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਚੀਜ਼ਾਂ ਜਿਹੜੀਆਂ ਵੀ ਇਹ ਨਹੀਂ ਕਹਿ ਲੋ ਵੀ ਐਡਵੋਕੇਟ ਕੀਤੀ। ਠੀਕ ਹੈ। ਹੁਣ ਮਤਲਬ ਵੀ ਜਿੱਥੇ ਉਹਦੀ ਬੇਈਮਾਨੀ ਜਿਹੜੀ ਆ ਵੀ ਉਹ ਸਾਬਤ ਹੋ ਜਾਂਦੀ ਹੈ ਵੀ ਤੁਸੀਂ ਮਤਲਬ ਵੀ ਤੁਹਾਨੂੰ ਕੋਈ ਵਿਦਵਾਨ ਨਹੀਂ ਬਣਨ ਦੀ ਲੋੜ, ਭਈ ਤੁਸੀਂ ਸਿੰਪਲੀ ਉਦਾਂ ਹੀ ਝਾਤ ਮਾਰੋ ਤੇ ਤੁਹਾਨੂੰ ਇਹ ਕਲੀਅਰ ਹੋ ਜਾਂਦਾ ਵੀ ਝੂਠ ਬੋਲਦਾ। ਬਿਲਕੁਲ। ਉਹ ਗੱਲ ਇਸ ਤੋਂ ਭਈ ਜੱਟ ਜਿਹੜਾ ਆ, ਹਾਂਜੀ, ਉਹ ਤੇ ਹੈਗਾ ਆ ਸਿੱਖ ਜੀ, ਔਰ ਉਹ ਜਿਹੜਾ ਨਾਰਮਲ ਜੱਟ ਆ ਵੀ ਉਹ ਤੇ ਅਜੇ ਵੀ ਕੇਸ ਨਹੀਂ ਰੱਖਦਾ ਪਿਆ। ਜਿਹੜਾ ਖੰਡੇ ਦੀ ਪੌਲ ਲੈਂਦਾ ਉਹੀ ਕੇਸ ਰੱਖਦਾ ਪਿਆ। ਬਿਲਕੁਲ। ਤੇ ਉਹੀ ਕਿਰਪਾਨ ਧਾਰਦਾ ਪਿਆ। ਔਰ ਜਿਹੜਾ ਜਾਟ ਆ ਹਰਿਆਣੇ ਦਾ, ਯੂਪੀ ਦਾ, ਰਾਜਸਥਾਨ ਦਾ, ਕੀ ਉਹ ਅੱਜ ਕੋਲ ਕਿਰਪਾਨ ਰੱਖਣ ਦਿਆ? ਕੀ ਉਹ ਦਾੜੀਆਂ ਨਹੀਂ ਕੱਟਦਾ ਪਿਆ? ਕੀ ਉਹ ਕੇਸ ਨਹੀਂ ਕੱਟਦਾ ਪਿਆ? ਬਿਲਕੁਲ। ਔਰ ਇਹ ਨਹੀਂ ਵੀ ਅੱਜ ਨਹੀਂ ਕਰਦੇ ਪਏ ਉਹ ਅੱਜ ਉਹਨਾਂ ਦੀਆਂ ਕਹਿ ਲੋ ਵੀ ਦਾੜੀਆਂ ਹੈ ਨਹੀਂ, ਕੇਸ ਹੈ ਨਹੀਂ ਤੇ ਕਿਰਪਾਨਾਂ ਹੈ ਨਹੀਂ ਉਹਨਾਂ ਕੋਲੇ ਜੀ। ਉਹ ਪਿੱਛੇ ਕਿਤੇ ਵੀ ਇਤਿਹਾਸ ਦੇ ਵਿੱਚ ਚੱਲ ਜਾਓ ਤੇ ਉਹਨਾਂ ਦੇ ਕੋਲੇ ਇਹ ਕੁਝ ਵੀ ਹੈ ਨਹੀਂਗਾ। ਬਿਲਕੁਲ। ਸੋ ਮਤਲਬ ਭਈ ਉਹਦੀ ਆਪਣਾ ਹੀ ਜਿਹੜਾ ਝੂਠ ਆ ਉਹ ਉਥੋਂ ਇਹਨਾਂ ਚੀਜ਼ਾਂ ਤੋਂ ਫੜਿਆ ਜਾਂਦਾ। ਜਿਹੜੇ ਜੱਟ ਜਾਂ ਜਾਟ ਭਈ ਨਹੀਂ ਸਿੱਖ ਬਣੇ ਜੀ, ਉਹਦੇ ਇਹ ਕੰਮ ਕਰਦੇ ਨਹੀਂ ਪਏ। ਬਿਲਕੁਲ। ਫਿਰ ਤੂੰ ਜਿਹੜੇ ਸਿੱਖ ਨੇ ਜੱਟ ਉਹਨਾਂ ਨੂੰ ਤੂੰ ਕਹਿ ਰਿਹਾ ਵੀ ਇਹ ਵੀ ਉਹ ਇਸ ਕਰਕੇ ਕਰਦੇ ਕਿਉਂਕਿ ਇਹ ਤੇ ਪਹਿਲਾਂ ਹੀ ਜੱਟਾਂ ਦਾ ਜਿਹੜਾ ਆ ਵੀ ਉਹ ਰਵਾਇਤ ਸੀ। ਉਸ ਸਮਾਂ ਕਿ ਰਵਾਇਤ ਜਿਹੜੀ ਉਹਨਾਂ ਦੀ ਜੱਟਾਂ ਦੀ ਉਹ ਸਿੱਖੀ ਦਾ ਹਿੱਸਾ ਬਣ ਗਈ ਜੀ। ਸੋ ਉਹ ਜਿਹੜੀ ਕਹਿ ਲੋ ਵੀ ਉਹ ਘਟੀਆ ਦਲੀਲ ਸੀਗੀ ਜਿਹੜੀ ਡਿਸਕ੍ਰੈਡਿਟ ਹੋ ਗਈ ਆ ਟੋਟਲੀ। ਉਹ ਸਿੱਖਾਂ ਨੇ ਲਿਖਤੀ ਰੂਪ ਦੇ ਵਿੱਚ ਉਹਦਾ ਜਵਾਬ ਦਿੱਤਾ। ਉਹ ਇਹ ਜਿਹੜੀ ਲਿਬੜੀ ਮੱਝ ਵਰਗਾ ਕਹਿ ਲੋ ਪਈ ਮਨਮੁਖ ਤੇ ਅਗਿਆਨੀ ਬੰਦਾ, ਬਿਲਕੁਲ ਸਵਾਰਥੀ, ਨਾ ਇਹਨੂੰ ਇੱਲ ਦਾ ਨਾ ਕੋਕੋ ਨਹੀਂ ਪਤਾ। ਸਹੀ ਗੱਲ। ਤੇ ਉਹ ਬੰਦਾ ਜਿਹੜਾ ਆ ਉਹੀ ਜਿਹੜੀਆਂ ਘਿਸੀਆਂ ਪੇੜੀਆਂ ਦਲੀਲਾਂ ਕਿਤੇ ਉਹ ਸੁਣਾ ਕੇ ਤੇ ਉਹਨਾਂ ਨੂੰ ਏਦਾਂ ਪੇਸ਼ ਕਰ ਰਿਹਾ ਵੀ ਜਿੱਦਾਂ ਜੀ ਵੀ ਹੈਗੇ ਵੀ ਇਹ ਬਹੁਤ ਹੀ ਇਹ ਪਹੁੰਚਿਆ ਇਹਨੇ ਯਾਦ ਕੀਤੀਆਂ ਆ, ਇਹਦੇ ਦਿਮਾਗ ਦੀ ਉਪਜ ਆ। ਸੋ ਮਤਲਬ ਵੀ ਗੱਲ ਕੀ ਪਈ ਹੈਗੇ ਵੀ ਜਿਹੜੀ ਘਟੀਆ ਪੱਧਰ ਦੀਆਂ ਘਟੀਆ ਤੋਂ ਘਟੀਆਂ ਏਜੰਸੀਆਂ ਜਿਹੜੀਆਂ ਆ ਵੀ ਉਹਨਾਂ ਵੱਲੋਂ ਸਿੱਖਾਂ ਦੇ ਉੱਤੇ ਕੀਤੇ ਹਮਲੇ ਨੇ ਉਹਨਾਂ ਨੂੰ ਰੀਸਾਈਕਲ ਕੀਤਾ ਜਾ ਰਿਹਾ। ਬਿਲਕੁਲ ਰੀਸਾਈਕਲ ਕੀਤਾ। ਫਰਕ ਇਹ ਆ ਵੀ ਅੱਗੇ ਉਹ ਅੰਗਰੇਜ਼ੀ ਸੀਗੇ, ਹੁਣ ਉਹ ਪੰਜਾਬੀ ਦੇ ਵਿੱਚ ਲਿਆ ਕੇ ਕੀਤੇ। ਬਿਲਕੁਲ। ਪ੍ਰੋਬਲਮ ਉੱਥੇ ਨਾ ਭਾਈ, ਆਪਾਂ ਪਿਛਲੇ ਪ੍ਰੋਗਰਾਮ 'ਚ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਹਮਲਿਆਂ ਦੇ ਜਿਹੜੇ ਮੰਨ ਲਓ ਉਦਾਹਰਨ ਦੇ ਤੌਰ ਤੇ ਜਿਹੜੇ ਅੰਗਰੇਜ਼ੀ 'ਚ ਹਮਲੇ ਕੀਤੇ ਗਏ ਹੈ ਤੇ ਉਹਨਾਂ ਨੂੰ ਡਿਸਕ੍ਰੈਡਿਟ ਕੀਤਾ ਜਾ ਚੁੱਕਾ। ਉਹਨਾਂ ਹਮਲਿਆਂ ਦੇ ਜਵਾਬ ਉਸੇ ਭਾਸ਼ਾ ਦੇ ਵਿੱਚ ਦਿੱਤੇ ਜਾ ਚੁੱਕੇ ਹੈ, ਲੇਕਿਨ ਉਹ ਕੀ ਹੈ ਕਿ ਨਾ ਉਹ ਜਵਾਬ ਆਮ ਸਿੱਖ ਤੱਕ ਪਹੁੰਚਿਆ ਆ, ਨਾ ਉਹਨਾਂ ਨੂੰ ਉਹਨਾਂ ਜਵਾਬਾਂ ਬਾਰੇ ਪਤਾ ਆ। ਤੇ ਇਹਨਾਂ ਦਾ ਹੁਣ ਜਿਹੜਾ ਇਹ ਨਵਾਂ ਪੈਂਤੜਾ ਲੈ ਕੇ ਆ ਰਹੇ ਆ ਉਹਦੇ ਵਿੱਚ ਇਹੀ ਇਹਨਾਂ ਦੀ ਸਟ੍ਰੈਟਜੀ ਹੈਗੀ ਹੈ ਕਿ ਇਸ ਤਰ੍ਹਾਂ ਦੇ ਜਿੱਥੇ ਵੀ ਕੋਈ ਸਿੱਖੀ ਤੇ ਜਿਸ ਤਰੀਕੇ ਨਾਲ ਵੀ ਕੋਈ ਹਮਲਾ ਹੋਇਆ ਆ ਉਹਨੂੰ ਲਿਆ ਕੇ ਆਪਣੇ ਰੇਡੀਓ ਦੇ ਪ੍ਰਚਾਰੋ ਉਸ ਹਿਸਾਬ ਦੇ ਨਾਲ ਕਿ ਭਾਈ ਅਸੀਂ ਤਾਂ ਸਿੱਖੀ ਦੇ ਬੜੇ ਤਗੜੇ ਖੈਰ ਖਵਾਏ ਆ, ਅਸੀਂ ਤਾਂ ਕੌਮੀਅਤ ਨਾਲ ਭਰੇ ਪਏ ਆ, ਸਾਨੂੰ ਸਿੱਖੀ ਦਾ ਬਹੁਤ ਦਰਦ ਆ। ਯਾਨੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਕਿ ਮਿੱਠੀ ਜ਼ਹਿਰ ਦੇਣਾ,
ਬੁੱਕਲ ਦੇ ਸੱਪ ਨੇ ਇਹ। ਬੁੱਕਲ ਦੇ ਸੱਪ ਨੇ, ਬਿਲਕੁਲ ਕੋਈ ਸ਼ੱਕ ਨਹੀਂ ਗਾ ਜੀ, ਬੁੱਕਲ ਪੂਰੇ ਬੁੱਕਲ ਦੇ ਸੱਪ ਨੇ। ਤਾਂ ਉਸ ਤਰੀਕੇ ਨਾਲ ਇਹ ਲਿਆ ਕੇ, ਉਸ ਬੜੇ ਤਰੀਕੇ ਨਾਲ ਲਿਆ ਕੇ ਸਾਡੇ ਕੌਮ ਦੇ ਵਿੱਚ ਸਿੱਖਾਂ ਦੇ ਦਿਮਾਗ ਦੇ ਉੱਤੇ ਹਮਲੇ ਕਰਨ ਦੇ ਨੇ। ਤੇ ਉਹਦੇ ਵਿੱਚ ਅੱਜ ਬੜੀ ਲੋੜ ਹੈ ਕਿ ਉਸ ਚੀਜ਼ ਨੂੰ ਸਾਨੂੰ ਉਸ ਪੱਖੋਂ ਸਾਨੂੰ ਸੁਚੇਤ ਹੋਣ ਦੀ, ਕਿਹੜੇ ਤਰੀਕੇ ਦੇ ਹਮਲੇ ਕਰ ਰਹੇ ਕਮੀਨੇ ਨੇ ਬੰਦੇ, ਬਹੁਤ ਕਮੀਨੇ ਨੇ। ਤੇ ਇਦਾਂ ਦੀਆਂ ਇਹ ਕਮੀਨਗੀਆਂ ਭਰੀਆਂ ਹਰਕਤਾਂ ਕਰਦੇ ਆ ਤੇ ਫਿਰ ਬੇਈਮਾਨੀਆਂ ਦਿਖਾਉਂਦੇ ਆ, ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਜਵਾਬ ਦਿੱਤੇ ਜਾਂਦੇ ਆ, ਫਿਰ ਜਦੋਂ ਜਿਹੜਾ ਇਹ ਪੇਟੇ ਸਿਆਪਾ ਪਾਉਂਦੇ ਆ, ਜਿਹੜਾ ਇਹ ਬਕਵਾਸ ਕਰਦੇ ਆ, ਫਿਰ ਉਹ ਇਹ ਰੇ ਰੱਬ ਦਾ ਨਾ, ਫਿਰ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦੀ। ਫਿਰ ਗੱਲ ਕੀ ਕਰਦੇ ਆ, ਸਟੈਪ ਸਕਿਪ ਕਰਕੇ ਕਹਿੰਦੇ ਕਿ ਸਾਡੀਆਂ ਗੱਲਾਂ ਦੇ ਜਵਾਬ ਦਿਵੋ। ਹਾਲਾਂਕਿ ਇਹਨਾਂ ਖੱਪ ਗਰੇਡਾਂ ਦੀ, ਰਣਜੀਤ ਸਿੰਘ ਦੀ, ਢੱਡਰੀਆਂ ਵਾਲੇ ਦੀ ਕਿੰਨੀਆਂ ਗੱਲਾਂ ਦੇ ਜਵਾਬ ਦਿੱਤੇ ਜਾ ਚੁੱਕੇ, ਲੇਕਿਨ ਇਹ ਜਵਾਬ ਲੈਣਾ ਨਹੀਂ ਚਾਹੁੰਦੇ। ਇਹ ਦੱਸ ਦੇਣ ਵੀ ਇਹਨਾਂ ਨੇ ਕਿਸੇ ਦੀ ਗੱਲ ਦਾ ਜਵਾਬ ਕਦੀ ਦਿੱਤਾ ਹੋਵੇ। ਬਿਲਕੁਲ ਨਹੀਂ, ਹੁਣ ਭਗੌੜੇ ਆ ਬੰਦੇ ਹੁਣ ਗਏ ਹੀ ਸੀਗੇ ਉਹ ਜਵਾਬ ਲੈਣ, ਜਿਹੜਾ ਇਹਨਾਂ ਦਾ ਹੈਗਾ ਉੱਥੇ ਪੰਜਾਬ ਦੇ ਵਿੱਚ ਬੈਠਾ ਆ ਅਮਲੀ ਜਾਂ ਹੈ ਨਾ, ਉਹਦੇ ਤੋਂ ਜਵਾਬ ਹੀ ਲੈਣ ਗਏ ਸੀਗੇ। ਇੱਥੇ ਤੁਸੀਂ ਲਲਕਾਰੇ ਮਾਰਦੇ ਫਿਰਦੇ ਆ, ਇੱਥੇ ਤੁਸੀਂ ਫੂਕਰੀਆਂ ਮਾਰਦੇ ਫਿਰਦੇ ਆ, ਅਸੀਂ ਤਾਂ ਇਹ ਕਰ ਦੂੰਗੇ, ਅਸੀਂ ਉਹ ਕਰ ਦੂੰਗੇ, ਅਸੀਂ ਪੈਰਾਂ ਥੱਲੋਂ ਜ਼ਮੀਨ ਕੱਢ ਲੈਣੀ ਆ, ਚੀਰ ਕੇ ਰੱਖ ਦੇਣਾ ਆ, ਬੱਖੀਆਂ ਉਧੇੜ ਦੇਣੀਆਂ, ਲੱਤਾਂ ਦੇ ਭਾਰ ਨਹੀਂ ਚੱਲਣਾ। ਪਤਾ ਨਹੀਂ ਜੇ ਮਤਲਬ ਕੋਈ ਇਹੋ ਜਿਹੀ ਧਮਕੀ ਨਾ ਹੋਵੇ ਜਿਹੜੀ ਇਹਨੇ ਛੱਡੀ ਨਾ ਹੋਵੇ, ਇੱਥੇ ਦਿੱਤੀ ਨਾ ਹੋਵੇ। ਤੇ ਜਦੋਂ ਮੌਕਾ ਆਇਆ ਉਹ ਗੱਲ ਪਗਾਉਣ ਦਾ, ਤੇ ਉੱਥੋਂ ਵੀ ਭਗੌੜੇ ਹੋਣ ਨੂੰ ਇਹਨਾਂ ਨੇ ਮਿੰਟ ਨਹੀਂ ਲਾਇਆ। ਤੇ ਫਿਰ ਗੱਲ ਕੀ ਹੈ ਕਿ ਭਗੌੜੇ ਹੋ ਕੇ ਵੀ ਉਹਨੂੰ ਗਲੋਰੀਫਾਈ ਕਰਦੇ ਫਿਰਦੇ ਆ ਕਿ ਦੇਖੋ ਜੀ ਅਸੀਂ ਭਗੌੜੇ ਹੋ ਗਏ ਆ, ਅਸੀਂ ਬੜੇ ਮਾਣ ਨਾਲ ਕਹਿ ਰਹੇ ਕਿ ਅਸੀਂ ਭਗੌੜੇ ਹੋ ਗਏ, ਅਸੀਂ ਜੋ ਥੁੱਕਿਆ ਸੀ ਨਾ ਉਹ ਚੱਟ ਲਿਆ ਆ, ਹੈਨਾ। ਹੁਣ ਜੇ ਤੁਹਾਨੂੰ ਭਾਈ ਚੇਤਾ ਹੋਵੇ, ਉਸ ਅਮਲੀ ਬਾਰੇ ਇਹ ਸਟੇਟਮੈਂਟਾਂ ਦਿੰਦੇ ਹੁੰਦੇ ਸੀਗੇ ਕਿ ਇਹ ਜੇ ਪ੍ਰਚਾਰਕਾਂ ਨਾਲ ਬਹਿ ਗਿਆ ਨਾ, ਖਾਸ ਕਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨਾਲ ਬਹਿ ਗਿਆ, ਅਸੀਂ ਉਹ ਇੱਥੇ ਸ਼ਬਦ ਨਹੀਂ ਵਰਤਣਾ ਜੋ ਇਹਨੇ ਬਕਵਾਸ ਕੀਤੀ ਸੀਗੀ, ਇਹਨੇ ਲਿਬੜੀ ਮੱਝ ਨੇ। ਤੇ ਪ੍ਰਚਾਰਕਾਂ ਨੂੰ ਕਹਿੰਦਾ ਕਿ ਅੱਧੇ ਘੰਟੇ ਮਤਲਬ ਇਹ ਗੱਲ ਹੋ ਰਹੀ ਸੀਗੀ ਵੀ ਕੇਸਾਂ ਦੀ ਮਹੱਤਤਾ ਦੇ ਉੱਤੇ, ਕੇਸਾਂ ਦੀ ਮਹੱਤਤਾ ਦੇ ਉੱਤੇ। ਤੇ ਕਿਸੇ ਨੇ ਸਵਾਲ ਕਰ ਦਿੱਤਾ ਸੀਗਾ ਵੀ ਇਹ ਜਿਹੜਾ ਨਾਲ ਬਿਠਾਉਣੇ ਆ ਤੁਸੀਂ, ਇਹ ਵੀ ਇਹਦੇ ਕੇਸ ਹੈ ਨਹੀਂਗੇ। ਬਿਲਕੁਲ। ਤੇ ਇਹ ਜਿਹੜੀ ਲਿਬੜੀ ਮੱਝ ਆ ਵੀ ਇਹਨੇ ਸਟੇਟਮੈਂਟ ਰੇਡੀਓ ਤੇ ਦਿੱਤੀ ਸੀ, ਰੇਡੀਓ ਤੇ ਦਿੱਤੀ ਸੀ ਵੀ ਕਿਸੇ ਪ੍ਰਚਾਰਕ ਨੂੰ ਇਹਦੇ ਨਾਲ ਬਿਠਾ ਦਿਓ। ਬਿਲਕੁਲ ਬਿਲਕੁਲ ਜੀ, ਬਿਲਕੁਲ। ਇਹ ਅਖੇ ਵੀ 15 ਮਿੰਟ ਬਾਅਦ ਉਹ ਪ੍ਰਚਾਰਕ ਜਿਹੜਾ ਆ ਉਹ ਵੀ ਆਪਣੇ ਕੇਸ ਕਤਲ ਕਰਵਾ ਕੇ ਤੇ ਬਾਹਰ ਨਿਕਲੂਗਾ। ਬੜੀ ਭੱਦੀ ਸ਼ਬਦਾਵਲੀ ਦੇ ਵਿੱਚ ਬੜੀ ਭੱਦੀ ਇਹ ਗੱਲ ਕਹੀ ਗਈ ਜੀ। ਤੇ ਹੁਣ ਭਾਈ ਵੀ ਅਖੇ ਵੀ ਉਹ ਕੀ ਗੱਲ, ਉਹ 15 ਮਿੰਟ ਜਿਹੜੇ ਆ ਵੀ ਉਹ ਜਨਾਲੇ ਨਾਲ ਬੈਠਣ ਨੂੰ ਮਿਲੇ ਨਹੀਂ। ਬਿਲਕੁਲ। ਜਾਂ ਹੋਰ ਜਿਹੜੇ ਆਏ ਸੀਗੇ ਸਮਾਂ ਕੇ ਬੜਾ ਵਧੀਆ ਮੌਕਾ ਸੀਗਾ, ਬਹੁਤ ਵਧੀਆ ਮੌਕਾ। ਪੁਲਿਸ ਵਾਲੇ ਤੇ ਹੋਰ ਸਾਰੇ ਜਿਹੜੇ ਆ ਵੀ 15 ਮਿੰਟ ਬਿਠਾ ਕੇ ਉਹਨਾਂ ਨਾਲ ਗੱਲ ਕਰ ਲੈਂਦਾ, ਸਾਰਿਆਂ ਨੂੰ ਕਾਇਲ ਕਰਕੇ ਸਮਾਂ ਕੇ ਮੱਥਾ ਟੇਕ ਕੇ ਉਹ ਇਹਦੇ ਕੋਲ ਉੱਠਦੇ। ਉਹ ਕੀ ਹੋਇਆ ਉਦੋਂ? ਸਹੀ ਗੱਲ ਹੈ। ਗੱਲ ਕੀ ਵੀ ਬੜਕਾ ਮਾਰਨੀਆਂ, ਟਾਈਮ ਦੇ ਉੱਤੇ ਬਕਵਾਸ ਕਰਨੀ ਆ। ਤੇ ਦੂਜੀ ਗੱਲ ਸਮਾਂ ਕਿ ਭਈ ਜਿਹਨੂੰ ਇਹ ਹੁਣ ਸਟ੍ਰੈਟਜੀ ਦੱਸਣ ਦਿਆ ਆ, ਹਾਂਜੀ ਭਈ ਜੀ ਅਖੇ ਵੀ ਸਾਡੀ ਸਟ੍ਰੈਟਜੀ ਆ ਵੀ ਜਾਨ ਜਿਹੜੀ ਬਹੁਤ ਕੀਮਤੀ ਆ, ਤੇ ਇਸ ਕਰਕੇ ਵੀ ਉਹਨੇ ਬਹੁਤ ਵਧੀਆ ਕੰਮ ਕੀਤਾ ਵੀ ਮੇਰੇ ਨਾਲ ਪਹਿਲਾਂ ਫੋਨ ਤੇ ਗੱਲ ਹੋਈ ਆ, ਤੇ ਉਹ ਤੋਂ ਬਾਅਦ ਉਹਨੇ ਉੱਥੇ ਮਾਫੀ ਮੰਗੀ ਆ ਜੀ। ਹੁਣ ਮਤਲਬ ਵੀ ਤੁਸੀਂ ਜਿਹੜਾ ਵੀ ਕੋਈ ਸੁਹਿਰਦ ਬੰਦਾ ਆ ਨਾ, ਤੇ ਉਹ ਸੋਚ ਕੇ ਦੇਖਿਓ ਮਾੜਾ ਜਿਹਾ ਭਈ ਤੁਹਾਡਾ ਦੋਸਤ ਮਿੱਤਰ ਕੋਈ ਜਿਹੜਾ ਆ ਵੀ ਉਹ ਏਦਾਂ ਕਿਤੇ ਫਸਿਆ ਹੋਵੇ, ਬਿਲਕੁਲ ਉਹਨੇ ਤੁਹਾਡੇ ਨਾਲ ਸਲਾਹ ਕੀਤੀ ਹੋਵੇ, ਬਿਲਕੁਲ, ਤੇ ਉਹ ਸਲਾਹ ਤੋਂ ਬਾਅਦ ਵੀ ਉਹਨੇ ਮਾਫੀ ਮੰਗੀ ਹੋਵੇ, ਬਿਲਕੁਲ, ਤੇ ਉਹ ਤੋਂ ਬਾਅਦ ਤੁਸੀਂ ਰੇਡੀਓ ਦੇ ਉੱਤੇ ਬਹਿ ਕੇ ਤੇ ਸਾਰੀ ਬਕਵਾਸ ਜਿਹੜੀ ਆ ਵੀ ਇਹ ਕਰ ਦਿਓ ਤੇ ਕਹਿ ਦਿਓ ਵੀ ਅਗੇ ਵੀ ਮਾਫੀ ਮੁਫੀ ਕੋਈ ਅਸਲ ਦਿਲੋਂ ਨਹੀਂ ਮੰਗੀ, ਉਹਨੇ ਡਰਾਮਾ ਕੀਤਾ, ਸਮਾਂ ਹੀ ਟਪਾਇਆ, ਡਰਾਮਾ ਕੀਤਾ ਆ, ਤੇ ਉਹ ਹੈ ਉਦਾਂ ਦਾ ਉਦਾਂ ਹੀ ਆ, ਤੇ ਉਹ ਵਿਚਾਰਾ ਅਜੇ ਵੀ ਉੱਥੇ ਫਸਿਆ ਹੋਵੇ, ਨਿਕਲਣ ਜੋਗਾ ਹੋਵੇ ਨਾ, ਬਿਲਕੁਲ। ਤੇ ਇਹਦਾ ਮਤਲਬ ਆ ਵੀ ਇਹ ਉਹਦਾ ਖੈਰ ਖੁਆਹ ਆ ਕਿ ਦੁਸ਼ਮਣ ਆ ਇਹ, ਬਿਲਕੁਲ। ਇਹਨੇ ਭਲੇ ਦੀ ਗੱਲ ਕੀਤੀ ਆ ਕਿ ਉਹਨੂੰ ਮਤਲਬ ਵੀ ਉਹਦੀਆਂ ਜੜ੍ਹਾਂ ਵੀ ਜੁੱਤੀਆਂ ਪਾਉਣ ਦੀ ਗੱਲ ਕੀਤੀ, ਤੇ ਭਾਈ ਵੀ ਜਿਹੜੇ ਉੱਥੋਂ ਮੁੜੇ ਆਏ ਸੀਗੇ ਉਹ ਦੁਬਾਰਾ ਆ ਕੇ ਵੀ ਇਕੱਠੇ ਹੋ ਕੇ ਫੇਰ ਉਹਦੇ ਕੋਲੇ ਜਾਓ ਤੇ ਆ ਜੋ ਮੈਂ ਬਕਵਾਸ ਕੀਤੀ ਆ ਤੇ ਉਹ ਲੈ ਜਾਓ ਨਾਲ ਜੀ, ਤੇ ਉੱਥੇ ਜਾ ਕੇ ਤੇ ਉਹਨੂੰ ਸੁਣਾਓ ਵੀ ਭਰਾਵਾ ਵੀ ਤੂੰ ਮਾਫੀਆਂ ਮੰਗਦਾ ਫਿਰਦਾ ਆ, ਬਿਲਕੁਲ। ਆ ਜਿਹੜਾ ਹੈਗਾ ਬੰਦਾ ਉੱਥੇ ਤੁਹਾਡਾ ਬੈਠਾ ਨਿਊਜ਼ੀਲੈਂਡ ਦੇ ਵਿੱਚ ਲਿਪੜੀ ਮੱਝ ਜੀ, ਭਈ ਇਹ ਆ ਬਕਵਾਸ ਕਰਦਾ ਫਿਰਦਾ ਹੈ, ਬਿਲਕੁਲ। ਤੇ ਹੁਣ ਤੂੰ ਦੱਸ ਵੀ ਤੂੰ ਸੱਚਾ ਤੂੰ ਆ ਕਿ ਇਹ ਆ? ਨਹੀਂ, ਇਹਨੂੰ ਡਰ ਪੈ ਗਿਆ ਕਿ ਮੇਰੀ ਭੇਡ ਵਾੜੇ ਚੋਂ ਨਾ ਨਿਕਲ ਜਾਏ। ਯਾਨੀ ਗੱਲ ਕੀ ਆ ਭਈ ਜਿਹੜੀ ਇਹਨੇ ਬਕਵਾਸ ਕੀਤੀ ਆ ਸਾਰੀ, ਉਹ ਸਿਰਫ ਆਪਣੇ ਆਪ ਨੂੰ ਸੁਰਖਰੂ ਕਰਨੇ ਲਈ ਕੀਤੀ ਆ, ਬਿਲਕੁਲ। ਉਹਦਾ ਕੋਈ ਧਿਆਨ ਨਹੀਂ ਹੈਗਾ, ਬਿਲਕੁਲ, ਭਈ ਉਹਦੇ ਉੱਤੇ ਕੀ ਗਾਜ ਡਿੱਗਣੀ ਹੈ, ਬਿਲਕੁਲ। ਸਿਰਫ ਆਪਣਾ ਆਪ ਬਚਾ ਰਿਹਾ ਹੈ, ਆਪਣਾ ਬਚਾ ਰਿਹਾ। ਨਹੀਂ ਭਾਜੀ, ਤੁਸੀਂ ਇਹ ਦੇਖ ਕੇ ਮਤਲਬ ਆਪਾਂ ਜੇ ਸੋਚੀਏ ਦੂਜੇ ਐਂਗਲ ਤੋਂ, ਜੇ ਇਹ ਗੱਲ ਹੁੰਦੀ ਕਿ ਨਹੀਂ ਭਾਈ ਅਸੀਂ ਵਿਚਾਰ ਕਰਨੀ ਆ, ਫਿਰ ਇਹਦੇ ਵਾਸਤੇ ਇਹ ਔਖਾ ਹੋ ਜਾਣਾ ਸੀਗਾ ਕਿ ਇਹ ਇੱਥੇ ਕਿੱਦਾਂ ਬੈਠਾ ਰਹਿ ਜਾਂਦਾ। ਇਹਦੀ ਜਿਹੜਾ ਉਹ ਅਮਲੀ ਹੈ ਉਹ ਉੱਥੇ ਪੰਜਾਬ 'ਚ ਫਸਿਆ ਪਿਆ ਆ, ਉਹਨੇ ਇਹਨੂੰ ਫੋਨ ਕੀਤਾ ਇਹਦੇ ਕਹਿਣ ਮੁਤਾਬਕ, ਤੇ ਇਹਨੇ ਇਹ ਸਲਾਹ ਦਿੱਤੀ ਕਿ ਮਾਫੀ ਮੰਗ ਲਓ। ਜੇ ਇਹ ਕਹਿ ਦਿੰਦਾ ਨਹੀਂ ਵਿਚਾਰ ਕਰੋ, ਉਹਨੇ ਕਹਿਣਾ ਸੀ ਆ ਜਾ, ਮਤਲਬ ਪੋਸੀਬਿਲਿਟੀ ਤੁਸੀਂ ਵਿਚਾਰ ਕੇ ਦੇਖੋ, ਉਹ ਇਕੱਲਾ ਕਿੱਦਾਂ ਕਰ ਲੈਂਦਾ। ਜੇ ਇਹ ਸਲਾਹ ਦਿੰਦਾ ਨਹੀਂ ਭਾਈ ਤੂੰ ਜਾ ਕੇ ਵਿਚਾਰ ਕਰ, ਤੂੰ ਕਾਇਲ ਕਰ ਦੇ, ਇੱਥੇ ਬਹਿ ਕੇ ਸਕਾਈਪ ਰਾਹੀਂ ਵਿਚਾਰ ਕਰ ਲੈਂਦਾ।
ਗੱਲ ਬਿਲਕੁਲ ਤੁਹਾਡੀ ਠੀਕ ਹੈ। ਇਹਨੇ ਮਾਫੀ ਮੰਗਾ ਕੇ ਆਪਣੇ ਆਪ ਨੂੰ ਸੁਰਖਰੂ ਕੀਤਾ ਆ, ਆਪਣੇ ਆਪ ਨੂੰ ਹਲਕਾ ਕੀਤਾ ਆ, ਆਪਣਾ ਰਾਹ ਪੱਧਰਾ ਕੀਤਾ ਆ। ਉਹਦੀ ਨਹੀਂ ਇਹਨੂੰ ਫਿਕਰ, ਜੇ ਫਿਕਰ ਹੁੰਦੀ ਤਾਂ ਇਦਾਂ ਬਹਿ ਕੇ ਬਕਵਾਸ ਨਾ ਕਰਦਾ ਉਹਦੇ ਬਾਰੇ। ਤੇ ਉਹ ਤੋਂ ਬਾਅਦ ਜਿਹੜੀ ਪਿਕਚਰ ਉਹ ਸਾਡੇ ਸਾਰਿਆਂ ਸਾਹਮਣੇ ਹੀ ਹੈਗੀ ਆ, ਹੈ ਨਾ ਜੀ। ਹੁਣ ਤਾਂ ਮਾਫੀਆ ਦਾ ਚਲੋ ਭਾਜੀ ਇਦਾਂ ਲੱਗਦਾ ਹੈ ਕਿ ਇਹਨਾਂ ਦਾ ਦਸਤੂਰ ਹੀ ਬਣ ਗਿਆ ਆ, ਪਹਿਲਾਂ ਬਕਵਾਸ ਕਰੀ ਚੱਲੋ, ਤੁੱਕੀ ਚੱਲੋ ਇੱਧਰ ਉੱਧਰ, ਜਦੋਂ ਅਗਲਾ ਮਾੜੇ ਵਿੱਚ ਪੇੜ ਦਿਖਾਵੇ ਫਿਰ ਦਵਾ ਦਵਾ ਚੱਟ ਲਓ ਫਿਰ ਉਹਨੂੰ ਸਟ੍ਰੈਟਜੀ ਦੱਸੋ, ਫਿਰ ਸਟ੍ਰੈਟਜੀ ਦੱਸੋ ਉਹਨੂੰ। ਆ ਜਿਹੜੇ ਪਿਆਦੇ ਦੋ ਹੋਰ ਤੁਰੇ ਫਿਰਦੇ ਆ, ਹਾਂਜੀ, ਰਾਜਸਥਾਨੀ ਜਿਹੜੇ ਆ, ਉਹ ਹੁਣ ਦੇਖਦੇ ਆ ਵੀ ਇਹ ਵੀ ਉਹ ਕਿੱਦਾਂ ਰਾਜਸਥਾਨ ਨਾਲ ਨੂੰ ਮੂੰਹ ਕਰਦੇ ਆ। ਬਿਲਕੁਲ। ਤੇ ਵੀ ਇਹ ਵੀ ਤੇ ਗਾਂ ਆ ਕੇ ਵੀ ਹੁਣ ਮਤਲਬ ਵੀ ਉਹਨਾਂ ਨੂੰ ਟਕਸਾਲੀਆਂ ਦਾ ਉਹਨਾਂ ਡਰ ਨਹੀਂ ਹੋਣਾ ਜਿੰਨਾ ਇਹਦੀ ਬਕਵਾਸ ਦਾ ਡਰ ਹੋਣਾ। ਇਹਦੀ ਬਕਵਾਸ ਦਾ ਡਰ ਵੀ ਭਾਈ ਵੀ ਇਹ ਵੀ ਉੱਥੇ ਜੇ ਅਸੀਂ ਫਸ ਗਏ ਉੱਥੇ ਤੇ ਚਲੋ ਫੇਰ ਬਚ ਜਾਾਂਗੇ ਜੀ, ਬਿਲਕੁਲ, ਮਾਫੀ ਮੰਗ ਲਾਂਗੇ ਤੇ ਬਚਾਅ ਹੋ ਜਾਣਾ ਆ। ਬਿਲਕੁਲ। ਜਿਹੜੀ ਬਕਵਾਸ ਇਹਨੇ ਕਰ ਦੇਣੀ ਆ ਇੱਥੇ, ਬਿਲਕੁਲ, ਰੇਡੀਓ ਤੇ ਬਹਿ ਕੇ, ਬਿਲਕੁਲ ਉਹਦਾ ਕੀ ਹੋਊਗਾ? ਨਹੀਂ ਬਿਲਕੁਲ ਭਾਈ, ਥੋੜਾ ਜਿਹਾ ਭਾਈ ਇਹਨੂੰ ਹੋਰ ਜੇ ਆਪਾਂ ਖੋਲੀਏ ਵਿਚਾਰੀਏ। ਹੁਣ ਜੇ ਗੱਲਾਂ ਇਹ ਕਰਦੇ ਚੰਗੇ ਸਮਾਜ ਬਣਾਉਣ ਦੀਆਂ, ਚੰਗੇ ਸਮਾਜ ਦੇ ਵਿੱਚ ਇਹੋ ਜਿਹੀ ਬਕਵਾਸ ਦੀ ਕੀ ਥਾਂ ਆ, ਇਹ ਆਪੇ ਦੱਸ ਦੇਣ। ਜਿਹੋ ਜੀ ਸ਼ਬਦਾਵਲੀ ਇਹ ਬੀਬੀਆਂ ਵਾਸਤੇ ਵਰਤਦੇ ਆ ਜਾਂ ਪਰਿਵਾਰਾਂ ਵਾਸਤੇ ਵਰਤਦੇ ਆ ਜਾਂ ਆਮ ਇਨਸਾਨ ਦੀ ਆਮ ਸਿੱਖਾਂ ਦੀ ਗੱਲ ਕਰ ਲਈਏ, ਉਹਨਾਂ ਵਾਸਤੇ ਵਰਤਦੇ ਆ, ਚੰਗੇ ਸਮਾਜ ਦੇ ਵਿੱਚ ਉਹਦੀ ਕੀ ਥਾਂ ਹੈਗੀ ਹੈ? ਗੁੰਡਾਗਰਦੀ ਹੈ। ਮਤਲਬ ਆਪਣੇ ਆਪ ਨੂੰ ਉਹ ਗੁੰਡਾਗਰਦੀ ਵੀ ਇਦਾਂ ਜੀ, ਹੁਣ ਮਤਲਬ ਝੂਠ ਦਾ ਇਦਾਂ ਹੈ ਨਾ, ਜਿੱਦਾਂ ਨਾ ਮਤਲਬ ਗਪੋੜੀ ਨਹੀਂ ਹੁੰਦੇ ਬੰਦੇ, ਗੱਪਾਂ ਮਾਰੀ ਚੱਲੋ, ਝੂਠ ਬੋਲੀ ਚੱਲੋ, ਬਾਅਦ 'ਚ ਫਿਰ ਮੁੱਕਰ ਜਾਵੋ। ਹੁਣ ਭਰਾਵਾ ਸਾਰਾ ਕੁਝ ਲੋਕਾਂ ਨੇ ਤੇਰਾ ਸਾਂਭਿਆ ਹੋਇਆ ਆ, ਤੂੰ ਥੋੜਾ ਸੰਭਲ ਕੇ ਤੁਰ। ਉਹ ਵੀਰ ਪਰਮਜੋਤ ਰਾਣਾ ਜਿਹੜਾ ਆ ਕੈਨੇਡਾ ਵਾਲਾ, ਆਹੋ, ਤੇ ਉਹਦੀਆਂ ਉਹ ਜਿਹੜੇ ਪੋਸਟਰ ਬਣਾਉਂਦਾ ਉਹ ਘੁੰਮਦੇ ਫਿਰਦੇ ਕਿ WhatsApp ਦੇ ਉੱਤੇ ਆ ਜਾਂਦੇ ਆ। ਜੀ ਉਹ ਬੜੀ ਛਿੱਲ ਲਾਉਂਦਾ ਇਹ, ਉਹ ਤਾਂ ਇੰਨੀ ਕਹਿ ਲੋ ਵੀ ਇਹਦੇ ਝੂਠ ਜਿਹੜੇ ਨਾ ਤਦੀ ਤੜਫਦਾ ਫਿਰਦਾ ਆ, ਤਦੀ ਨਾ ਜਪਦਾ ਫਿਰਦਾ ਸਾਰਿਆਂ ਦੇ, ਤਦੀ ਨਾ ਜਪਦਾ ਫਿਰਦਾ ਆ। ਨਹੀਂ ਭਾਜੀ, ਗੱਲ ਅਸੀਂ ਕਰਦੇ ਹਾਂ ਕਿ ਇਹਦੇ ਝੂਠ ਪੁਣੇ ਦੀ। ਹੁਣ ਐਡਾ ਝੂਠਾ ਬੰਦਾ ਆ ਕਿ ਕਹਿਣ ਤੋਂ ਭਾਵ ਆ ਕਿ ਆਪਾਂ ਉਦਾਹਰਨ ਲੈਂਦੇ ਆ 500 ਬੰਦੇ ਵਾਲੀ ਦਗੜ ਦੀ, ਠੀਕ ਹੈ ਜੀ। ਉਦੋਂ ਇਹਨੇ ਐਡੀ ਫੂਕਰੀ ਮਾਰੀ ਨਾ, ਉਹ ਤਾਂ ਚਲੋ ਆਪਾਂ ਸਾਰੇ ਹੱਸੇ ਸੀ ਉਦੋਂ ਸੁਣ ਕੇ, ਹੱਸਣਾ ਹੀ ਸੀਗਾ। ਤੇ ਉਹ ਹੈ ਨਾ ਜੀ, ਹੱਸਣਾ ਹੀ ਸੀਗਾ, ਹੱਸਣ ਵਾਲੀ ਗੱਲ ਸੀਗੀ ਕਿ 500 ਬੰਦਾ ਦਗੜ ਕਰਦਾ, ਸਾਨੂੰ ਲੁੱਚੇ ਵੀ ਜਾਣ, ਗੁੰਡੇ ਵੀ ਜਾਣਦੇ ਆ, ਘਰੋਂ ਕੱਢ, ਹੈ ਨਾ। ਤੇ ਉਹ ਕਰਕੇ ਇਹਨੇ ਜੀ ਸਾਨੂੰ ਪੁਲਿਸ ਵਾਲੇ ਜਾਣਦੇ ਆ, ਬਸ ਸਾਨੂੰ ਸੈਂਕੜੇ ਪੁਲਿਸ ਵਾਲੇ ਦੇ ਫੋਨ ਆਉਂਦੇ ਆ। ਤੁਸੀਂ ਫੁਕਰੀ ਦੇਖੋ ਆਈਡੀ ਵੀ ਇਹ ਕਹਿੰਦਾ ਵੀ ਪੁਲਿਸ ਵਾਲੇ ਕਹਿੰਦੇ ਆ ਫਿਰ ਨਾਮ ਦੇ ਬਾਕੀ ਤੁਸੀਂ ਸਾਡੇ ਤੇ ਛੱਡ ਦਿਓ, ਮਤਲਬ ਇਹ ਅਫਸਰ ਲੱਗਿਆ ਪੁਲਿਸ ਵਾਲੇ ਇਹਦੀ ਪਰਮਿਸ਼ਨ ਮੰਗ ਰਹੇ। ਮਤਲਬ ਐਡੀ ਫੁਕਰੀ ਤਾਂ ਮੈਨੂੰ ਲੱਗਦਾ ਮੋਦੀ ਨੇ ਵੀ ਨਹੀਂ ਮਾਰੀ ਹੋਣੀ ਕਦੇ, ਜਿੱਡੀ ਇਹਨੇ ਮਾਰ ਦਿੱਤੀ ਹੈ। ਹੁਣ ਉਹ ਪਤਾ ਨਹੀਂ ਉਹਦੇ ਪਿੱਛੇ ਕੀ ਸੀਗਾ, ਹੈ ਨਾ ਜੀ। ਫਿਰ ਉੱਥੋਂ ਇਹੀ ਸਾਬਤ ਹੁੰਦਾ ਨਾ ਵੀ ਜੇ ਜਾਂ ਤੇ ਇਹ ਕਹਿ ਲਓ ਵੀ ਝੂਠ ਬੋਲ ਰਿਹਾ, ਬਿਲਕੁਲ, ਜਾਂ ਇਹ ਏਜੰਸੀਆਂ ਦਾ ਬੰਦਾ ਵੀ ਜੇ ਤੋਂ ਪੁਲਿਸ ਵਾਲੇ ਕਹਿੰਦੇ ਆ ਵੀ ਤੁਸੀਂ ਨਾਮ ਤੇ ਦਿਓ। ਬਿਲਕੁਲ, ਏਜੰਸੀ ਨਹੀਂ, ਉਹ ਚ ਏਜੰਸੀਆਂ ਵੀ ਭਾਜੀ ਪਿੱਟਦੀਆਂ ਹੋਣੀਆਂ ਹੈ, ਕਿੰਨੂੰ ਰੱਖ ਲਿਆ ਹੈ, ਕਿੰਨੂੰ ਹਾਇਰ ਕਰ ਲਿਆ। ਇਹਦੇ ਕੋਲ ਸਬਰ ਹੀ ਨਹੀਂ ਹੈਗਾ, ਪੇਸ਼ੈਂਸ ਹੀ ਨਹੀਂ ਹੈਗਾ। ਇਹ ਤਾਂ ਮਿੰਟ 'ਚ ਹੱਗ ਦਿੰਦਾ, ਮਿੰਟ 'ਚ ਉਲਟੀ ਕਰ ਦਿੰਦਾ ਆ। ਤੇ ਕਹਿਣ ਦਾ ਭਾਵ ਮੇਰਾ ਭਾਜੀ, ਹੁਣ ਇੱਥੇ ਉਹ ਕਲਿੱਪ ਸਾਰਿਆਂ ਕੋਲ ਪਈ ਆ, ਪੂਰੀ ਫੂਕਰੀ ਮਾਰਨ ਦਿਆ ਆ, ਇਦਾਂ ਪੱਬਾਂ ਪਾਰ ਹੋਇਆ ਪਿਆ ਆ ਕਿ ਮੈਂ ਇਹ ਕਰ ਦੂੰ, ਉਹ ਕਰ ਦੂੰ, ਮਤਲਬ ਪੂਰੀ ਧਮਕੀ ਦੇ ਰਿਹਾ, ਥ੍ਰੈਟ ਕਰ ਰਿਹਾ ਆ। ਹੁਣ ਜਦੋਂ ਗੱਲ ਹੋ ਗਈ ਕਿ ਭਾਈ ਨਹੀਂ, ਜਦੋਂ ਉਹ ਦੁਬਾਰਾ ਉਹਦਾ ਜ਼ਿਕਰ ਹੋਇਆ ਹੈ ਨਾ ਕਿ ਭਾਈ ਤੂੰ ਉਦੋਂ ਇਦਾਂ ਕਹਿੰਦਾ ਸੀਗਾ, ਹੁਣ ਕੀ ਆ, ਹੁਣ ਤਾਂ ਵਿਚਾਰ ਕਰਨ ਲਈ ਕਹਿੰਦਾ ਹੈ। ਆਏ ਰੱਬਾ, ਮਤਲਬ ਹੁਣ ਸਾਡਾ ਤਾਂ ਹਾਸਾ ਵੀ ਨਹੀਂ ਰੁਕ ਰਿਹਾ। ਕਹਿੰਦਾ ਮੈਂ ਤਾਂ ਵਿਚਾਰ ਕਰਨ ਨੂੰ ਕਹਿ ਰਿਹਾ ਸੀਗਾ। ਹੁਣ ਕਿਹੜਾ ਬੰਦਾ ਉਹਨੂੰ, ਜੇ ਤੁਸੀਂ ਉਹਨੂੰ ਇੰਗਲਿਸ਼ 'ਚ ਵੀ ਟਰਾਂਸਲੇਟ ਕਰ ਲਓਗੇ, ਕਿਹੜੀ ਮਰਜ਼ੀ ਭਾਸ਼ਾ 'ਚ ਟਰਾਂਸਲੇਟ ਕਰ ਲਓ, ਜਿਹੜੀ ਮਰਜ਼ੀ ਭਾਸ਼ਾ 'ਚ ਦੁਨੀਆ ਦੀ, ਹੈ ਨਾ, ਉਹ ਕਿਹੜਾ ਜਿਹੜਾ ਵੀ ਉਸ ਭਾਸ਼ਾ ਦਾ ਗਿਆਤਾ ਹੋਊ, ਉਹ ਕਿੱਦਾਂ ਕਹਿ ਦੂਗਾ ਕਿ ਵੀ ਇਹ ਵਿਚਾਰ ਕਰਨ ਲਈ ਵੀ ਰਿਕਵੈਸਟ ਕਰ ਰਿਹਾ ਹੈ, ਵਿਚਾਰ ਕਰਨ ਦੀ ਗੱਲ ਕਰ ਰਿਹਾ ਆ। ਐਡਾ ਬੇਈਮਾਨ ਹੈ ਨਾ। ਉਹ ਛੱਡ ਦਿਓ, ਉਹ ਹੈਰਾਨੀ ਇੱਕ ਹੋਰ ਵੀ ਹੋਣ ਦੀ ਸੀਗੀ। ਹਾਂਜੀ ਭਈ ਜਿਹੜੀਆਂ ਇਹ ਫੁਕਰੀਆਂ ਏਦਾਂ ਮਾਰਦਾ ਰਹਿੰਦਾ ਆ ਬੈਠਾ, ਬਿਲਕੁਲ ਭਈ ਉਹਦਾ ਲੇਖਾ ਜੋਖਾ ਜੋ ਵੀ ਹੈਗਾ ਆ ਵੀ ਇਹਦੇ ਭਾਣੇ ਵੀ ਬਸ ਠੀਕ ਆ ਵੀ ਇੱਕ ਸਟੇਟਮੈਂਟ ਕੱਲ ਦੇਤੀ, ਉਹ ਖਤਮ ਹੋ ਗਈ। ਤੇ ਉਹ ਅਗਲੀ ਜਿਹੜੀ ਸਟੇਟਮੈਂਟ ਆ ਵੀ ਉਹਨੂੰ ਜੋੜਦਾ ਵੀ ਨਹੀਂ ਗਾ ਨਾਲ। ਭਈ ਸਾਰਾ ਕੁਝ ਜਿਹੜਾ ਹੈ ਨਾ ਵੀ ਉਹ ਚੇਤੇ ਆ ਤੁਹਾਨੂੰ ਵੀ ਅੱਗੇ ਵੀ ਇਹਨੇ ਇੱਕ ਵਾਰੀ ਸਟੇਟਮੈਂਟ ਦਿੱਤੀ, ਕਹਿੰਦਾ ਮੇਰੇ ਹੱਥ ਕੰਕਰੀਟ ਨਾਲ ਕੰਮ ਕਰਦੇ ਕਰਦੇ ਕੰਕਰੀਟ ਤੇ ਹੋ ਗਏ ਆ, ਸਾਡੇ ਕੁੱਟੇ ਇਹ ਸ਼ਵਲਾਂ ਨਾਲ ਚੱਕ। ਉਹਦਾ ਬੰਦਾ ਹੱਸੂਗਾ, ਕੀ ਕਰੂਗਾ? ਉਹ ਠੀਕ ਗੱਲ ਆ। ਉਹ ਗਿਆਨੀ ਰਣਜੋਤ ਸਿੰਘ ਉਹਨਾਂ ਨੇ ਬੜੀ ਵਧੀਆ ਕੀਤੀ, ਕਹਿੰਦੇ ਵੀ ਇਹ ਵੀ ਦੱਸ ਵੀ ਤੂੰ ਕਦੀ ਕੁੱਤੇ ਦੇ ਵੀ ਉੱਥੇ ਸੋਟੀ ਮਾਰੀ? ਕਹਿੰਦਾ ਨਹੀਂ, ਮੈਂ ਨਹੀਂ ਮਾਰੀ।
ਨਹੀਂ ਭਾਜੀ ਗੱਲ ਇਹ ਹੈ ਨਾ, ਗੱਲਾਂ ਕਰਦੇ ਦਹਿਲ ਪਾਉਣ ਦੀਆਂ, ਕਹਿੰਦਾ ਅਸੀਂ ਦਹਿਲ ਪਾ ਦੇਣਾ ਆ। ਉਹ ਭਰਾਵਾ ਤੇਰੇ ਵਰਗੇ ਉਹ ਮਾਫੀਆਂ ਮੰਗ ਕੇ ਦਹਿਲ ਪਾ ਰਹੇ ਆ ਵੀ ਕਹਿੰਦੇ ਆ ਵੀ ਕਿ ਲੋਕਾਂ ਦੇ ਵਿੱਚ ਇਹਨਾਂ ਦੀ ਮਾਫੀ ਦਾ ਇੰਨਾ ਦਹਿਲ ਪੈ ਗਿਆ ਆ ਵੀ ਉਹ ਕਹਿੰਦੇ ਇਹਨਾਂ ਨੂੰ ਨਾ ਕੁਝ ਕਹੋ, ਇਹਨਾਂ ਨੇ ਝੱਟ ਮਾਫੀ ਮੰਗ ਲੈਣੀ ਆ। ਬਿਲਕੁਲ ਜੀ ਬਿਲਕੁਲ, ਇਹਨਾਂ ਦਾ ਮਾਫੀਆ ਦਾ ਦਹਿਲ ਇੰਨਾ ਹੈ ਕਿ ਲੋਕੀ ਡਰਦੇ, ਇਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ ਕਿ ਭਾਈ ਮਾਫੀ ਦਾ ਵੱਟ ਤੇ ਪਈ ਹੈ, ਮਾਫੀ ਦਾ ਜਦੋਂ ਮਰਜ਼ੀ ਮਾਫ ਲਓ। ਇਹਦਾ ਜੀ ਹੁਣ ਮਤਲਬ ਗੱਲ ਹੀ ਇਹ ਹੈ ਨਾ, ਹਾਂਜੀ, ਜੇ ਕਿਸੇ ਨੂੰ ਕਿਹਾ ਵੀ ਉਹ ਨਾ 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 ਇਹਨਾਂ ਨੂੰ ਰੇਡੀਓ ਵਿਰਸੇ ਵਾਲਿਆਂ ਨੂੰ ਨਾ ਕੁਝ ਕਿਹੋ ਤੇ ਇਹ ਝੱਟ ਮਾਫੀ ਮੰਗ ਲੈਂਦੇ ਹੁੰਦੇ। ਨਹੀਂ ਗੱਲ ਬਿਲਕੁਲ ਆ ਜੀ ਬਿਲਕੁਲ। ਤੇ ਉਹੀ ਹੈ ਨਾ, ਸਮਝਣ ਵਾਲੀ ਗੱਲ ਇਹ ਹੈ ਕਿ ਇਹਦੀ ਭੇਡਾਂ ਵਾਸਤੇ ਵੀ ਜੋ ਅਸੀਂ ਗੱਲ ਕਰਦੇ ਹਾਂ, ਹੁਣ ਤੁਸੀਂ ਇਹਨੂੰ ਭਾਜੀ ਉਹਦੇ ਨਾਲ ਵੀ ਇੱਕ ਹੋਰ ਚਲੋ ਅਸੀਂ ਉਦਾਹਰਨ ਦੇ ਦਿੰਦੇ, ਐਗਜ਼ਾਮਪਲ ਆਪਾਂ ਕੰਪੇਅਰ ਕਰ ਲਈਏ। ਹੁਣ ਸਰਸੇ ਵਾਲਾ ਜੇਲ੍ਹ ਗਿਆ ਸੀਗਾ ਗੁਰਮੀਤ ਰਾਮ ਰਹੀਮ, ਹੈ ਨਾ ਜੀ। ਉਸ ਤੋਂ ਪਹਿਲਾਂ ਉਹਨੇ ਵੀ ਬਹੁਤ ਫੂਕਰੀਆਂ ਮਾਰੀਆਂ ਨਾ, ਪਿਕਚਰਾਂ ਬਣਾ ਕੇ ਚੰਗੇ ਐਕਸ਼ਨ ਕੀਤੇ। ਅੱਜ ਕੱਲ ਇਹ ਵੀ ਸਾਰੇ ਬਸ ਉਹੀ ਐਕਸ਼ਨ, ਕਦੇ ਛਾਲ ਖੱਬਿਓ ਸੱਜੇ ਤੇ ਕਦੇ ਸੱਜਿਓ ਖੱਬੇ, ਹੈ ਨਾ ਜੀ। ਤਾਂ ਕਰਕੇ ਹੁਣ ਉਹ ਜੇਲ੍ਹ ਚਲਾ ਗਿਆ ਜੀ। ਜੇਲ੍ਹ ਮਤਲਬ ਕੋਰਟ ਨੇ ਆਰਡਰ ਦੇ ਦਿੱਤਾ ਕਿ ਉਹ ਜਿਹੜੇ ਉਹਦੇ ਤਾਂ ਉਹਦੇ ਚਲੋ ਉਹਦਾ ਆ ਗਿਆ। ਤੇ ਹੁਣ ਉਹ ਜਿਹੜੇ ਉਹਦੇ ਭਗਤ ਆ, ਜਿਹੜੀ ਉਹਦੀਆਂ ਭੇਡਾਂ ਆ, ਉਹ ਕਿਤੇ ਮੰਨਦੀਆਂ ਆ, ਉਹ ਤਾਂ ਜੇਲ੍ਹ ਦੇ ਬਾਹਰ ਜਾ ਕੇ ਮੱਥੇ ਟੇਕ ਰਹੀਆਂ ਆ। ਹੁਣ ਮੈਨੂੰ ਤਾਂ ਇਹ ਡਰ ਆ ਉਹ ਹੁਣ ਏਦਾਂ ਨਾ ਹੋਵੇ ਕਿ ਇਹ ਅਮਲੀ ਦੀ, ਜਿੱਦਾਂ ਨਾ ਇੱਕ ਬੀਬੀ ਨੇ ਏਦਾਂ ਰੋਟੀ ਬਣਾ ਕੇ ਉਹਦੇ ਵਿੱਚ ਏਦਾਂ ਰਾਮ ਰਹੀਮ ਦਾ ਏਦਾਂ ਕੁਛ ਇੰਪ੍ਰੈਸ਼ਨ ਜਾ ਕੇ, ਜਦੋਂ ਰੋਟੀ ਸੜ ਨਹੀਂ ਜਾਂਦੀ ਕਾਲੀ ਜੀ ਹੋ ਜਾਂਦੀ ਹੈ, ਤਾਂ ਏਦਾਂ ਬਣਾਤਾ ਕਿ ਇਹ ਰਾਮ ਰਹੀਮ ਦੀ ਫੋਟੋ ਬਾਬਾ ਜੀ ਨੇ ਦਰਸ਼ਨ ਦਿੱਤੇ ਰੋਟੀ 'ਚ। ਤਾਂ ਮੈਂ ਕਿਹਾ ਹੱਸਦੇ ਸੀ ਅਸੀਂ, ਤਾਂ ਕਹਿੰਦਾ ਹੁਣ ਇਹਦੀ ਜਿਹੜਾ ਅਮਲੀ ਜਾ ਆ ਜਿਹਨੇ ਮਾਫੀ ਮੰਗੀ ਆ, ਹੁਣ ਇਹਨੂੰ ਹੀਰੋ ਬਣਾਉਣ ਲੱਗੇ ਹਨ। ਹੁਣ ਏਦਾਂ ਨਾ ਹੋਵੇ ਕਿ ਰੋਟੀਆਂ ਲਿਆ ਕੇ ਫੋਟੋ ਖਿੱਚ ਕੇ ਪਾਣ, ਦੇਖੋ ਜੀ ਸਾਨੂੰ ਅਮਲੀ ਬਾਬਾ ਜੀ ਨੇ ਦਰਸ਼ਨ ਦਿੱਤੇ ਆ। ਨਹੀਂ ਉਹ ਜਿਹੜੀ ਨਾ ਆ ਕੇ ਉਹ ਗਲੀਲੀਓ ਦੀ ਉਦਾਹਰਨ ਦਿੱਤੀ ਜਾ ਰਹੀ ਹੈ। ਆਹੋ ਉਹ ਮਤਲਬ ਇਹਨਾਂ ਬੇਵਕੂਫਾਂ ਨੂੰ ਤੇ ਇਹ ਵੀ ਨਹੀਂ ਪਤਾ ਪਈ ਗਲੀਲੀਓ ਦੀ ਜਿਹੜੀ ਹੋਂਦ ਆ ਨਾ, ਜਾਂ ਕਹਿ ਲਓ ਕਿ ਮਸ਼ਹੂਰੀ ਜਿਹੜੀ ਆ, ਬਿਲਕੁਲ ਜਾਣ ਉਹ ਹੈਗੀ ਆ ਉਹਦੀ ਕਾਢ ਕਰਕੇ ਜੀ। ਬਿਲਕੁਲ ਉਹਦੀ ਕਹਿ ਲਓ ਮਾਫੀ ਕਰਕੇ, ਥਿਊਰੀ ਆ ਉਹਦੇ ਕਰਕੇ, ਮਾਫੀ ਕਰਕੇ ਨਹੀਂ। ਮੇਰੇ ਖਿਆਲ ਜਿਹੜਾ ਉਹ ਜਾਣਿਆ ਜਾਂਦਾ ਉਹ ਥਿਊਰੀ ਕਰਕੇ ਜਾਣਿਆ ਜਾਂਦਾ ਹੈ, ਮਾਫੀ ਕਰਕੇ ਨਹੀਂ ਜਾਣਿਆ ਜਾਂਦਾ ਕਿ ਉਹਦੇ ਗਲੀਲੀਓ ਨੇ ਮਾਫੀ ਮੰਗ ਲਈ ਸੀ। ਉਹ ਕੱਲਾ ਨਹੀਂ ਮਾਫੀਆਂ ਮੰਗਣੇ ਵਾਲਾ ਬਹੁਤ ਸੀਗੇ ਉਸ ਵੇਲੇ, ਹੋਰ ਕਿਸੇ ਨੂੰ ਥੋੜੀ ਕੋ ਜਾਣਦਾ। ਬਿਲਕੁਲ ਉਹਨੂੰ ਇਸ ਕਰਕੇ ਜਾਣਦੇ ਆ ਵੀ ਉਹਨੇ ਜਿਹੜੀ ਥਿਊਰੀ ਦਿੱਤੀ ਸੀਗੀ ਭਾਈ, ਵੀ ਉਹਦੇ ਕਰਕੇ ਉਹਦੀ ਮਸ਼ਹੂਰੀ ਆ। ਬਿਲਕੁਲ ਮਾਫੀ ਕਰਕੇ ਉਹਦੇ ਉੱਤੇ ਫੇਰ ਵੀ ਸਵਾਲੀਆ ਚਿੰਨ੍ਹ ਲੱਗਦੇ ਆ ਵੀ ਜਿਹੜੇ ਉਸ ਵੇਲੇ ਦੇ, ਤੇ ਹੋਰ ਜਿਹੜੀਆਂ ਲਿਖਤਾਂ ਦੇਖੋ, ਉਹ ਕਹਿੰਦੇ ਆ ਵੀ ਗਲੀਲੀਓ ਨੇ ਬਹੁਤ ਗਲਤ ਗੱਲ ਕੀਤੀ। ਬਈ ਇੱਕ ਜਿਹੜਾ ਸੱਚ ਆ ਜੀ, ਉਹ ਤੋਂ ਮੁੱਕਰ ਕੇ ਜਾਂ ਉਹਦੇ ਤੋਂ ਇਹ ਮੰਨ ਕੇ ਵੀ ਹਾਂ ਠੀਕ ਆ ਜੀ ਮੇਰੇ ਤੋਂ ਗਲਤੀ ਹੋ ਗਈ। ਬਿਲਕੁਲ ਸੋ ਉਹ ਚੀਜ਼ ਜਿਹੜੀ ਉਹ ਫੇਰ ਵੀ ਉਹਦੇ ਅਗੇਂਸਟ ਹੀ ਜਾਂਦੀ ਆ। ਪਰ ਆ ਜਿਹੜੇ ਹੁਣ ਮਾਫੀਆਂ ਮੰਗਦੇ ਪਏ ਆ, ਭਈ ਭਰਾਵੋ ਵੀ ਤੁਸੀਂ ਮਾੜੀ ਜੀ ਲਿਸਟ ਬਣਾ ਕੇ ਦਿਓ ਵੀ ਤੁਸੀਂ ਕਿਹੜੀਆਂ ਐਸੀਆਂ ਜਿਹੜੀਆਂ ਗਰਾਊਂਡ ਬ੍ਰੇਕਿੰਗ ਥਿਊਰੀਆਂ ਜਿਹੜੀਆਂ ਉਹ ਦਿੱਤੀਆਂ ਆ, ਭਈ ਜਿਹਦੇ ਕਰਕੇ ਕੱਲ ਨੂੰ ਲੋਕੀ ਚੇਤੇ ਕਰੂਗੇ ਵੀ ਇਹਨਾਂ ਦੀ ਸਟ੍ਰੈਟਜੀ ਬਹੁਤ ਜ਼ਬਰਦਸਤ ਸੀਗੀ। ਭਈ ਆਹ ਸੱਚ ਜਿਹੜਾ ਆ ਵੀ ਇਹ ਕਿਤੇ ਦੱਬਿਆ ਨਾ ਜਾਵੇ, ਇਸ ਕਰਕੇ ਇਹਨਾਂ ਨੇ ਝੱਟ ਜਿਹੜੀ ਆ ਵੀ ਉਹ ਮਾਫੀ ਮੰਗ ਕੇ ਆਪਣੀ ਜਾਨ ਬਚਾ ਲਈ। ਨਹੀਂ ਭਾਈ ਇਹ ਐਕਚੁਅਲੀ ਨਾ ਜੰਗ ਲੜ ਰਹੇ ਆ, ਜੰਗ ਦੇ ਵਿੱਚ ਸੁਪਨਿਆਂ ਦੇ ਵਿੱਚ ਆਪਣੇ ਜੰਗ ਲੜ ਕੇ ਤੇ ਬਹੁਤ ਵੱਡੇ ਮਹਾਰਥੀ ਬਣੇ ਆ। ਇਹ ਐਕਚੁਅਲੀ ਜੰਗ ਲੜ ਰਹੇ ਆ ਤੇ ਛੋਟੀ ਛੋਟੀ ਲੜਾਈਆਂ ਆ, ਜਿੱਦਾਂ ਲੜਾਈਆਂ ਦੇ ਵਿੱਚ ਤੁਸੀਂ ਮਾਫੀ ਮੰਗ ਸਕਦੇ। ਇਹਨਾਂ ਦੀ ਥਿਉਰੀ ਦੇ ਹਿਸਾਬ ਨਾਲ ਉਹ ਵੈਸੇ ਵੀ ਕਹਿ ਰਹੇ, ਕਹਿੰਦਾ ਅਸੀਂ ਤੁਹਾਡੀਆਂ ਮਨੁੱਤਾਂ ਕਿਉਂ ਮੰਨੀਏ, ਅਸੀਂ ਤੁਹਾਡੀਆਂ ਡੈਫੀਨੇਸ਼ਨਾਂ ਕਿਉਂ ਮੰਨੀਏ, ਅਸੀਂ ਤੁਹਾਡੀ ਥਿਉਰੀਆਂ ਕਿਉਂ ਮੰਨੀਏ, ਸਾਡੀਆਂ ਆਪਣੀਆਂ ਥਿਉਰੀਆਂ ਆ। ਜਦੋਂ ਥੁੱਕ ਕੇ ਚੱਟਣ ਦੀ ਇਹਨਾਂ ਦੀ ਆਪਣੀ ਥਿਉਰੀ ਹੈ, ਹੈਨਾ, ਮਾਫੀ ਮੰਗਣ ਦੀ ਇਹਨਾਂ ਦੀ ਆਪਣੀ ਥਿਉਰੀ ਹੈ, ਸਾਰਾ ਕੁਝ ਇਹਨਾਂ ਦੀ ਆਪਣੀ ਥਿਉਰੀ ਦੇ, ਸਾਰੇ ਆਪਣੇ ਮੁਹਾਵਰੇ ਆ ਇਹਨਾਂ ਦੇ। ਥੁੱਕ ਕੇ ਚੱਟਣਾ ਜਿਹੜਾ ਆ ਉਹ ਬਹੁਤ ਵਧੀਆ ਗੱਲ ਮੰਨੀ ਜਾਂਦੀ ਆ, ਵਧੀਆ ਗੱਲ ਮੰਨੀ ਜਾਂਦੀ ਹੈ। ਮਤਲਬ ਜਿੱਦਾਂ ਨਾ ਭਾਜੀ ਉਹ ਹੁਣ ਆਰਮੀ ਦੇ ਵਿੱਚ ਕੋਈ ਬੰਦਾ ਸ਼ਹੀਦ ਹੁੰਦਾ ਆ ਕਿ ਉਹਨੂੰ ਮੈਡਲ ਦਿੱਤੇ ਜਾਂਦੇ ਆ, ਇਹਨਾਂ ਦੇ ਵਿੱਚ ਇਦਾਂ ਹੈ ਜਿੱਦਾਂ ਜਿਹੜਾ ਜ਼ਿਆਦਾ ਥੁੱਕ ਕੇ ਚੱਟਦਾ ਹੈ ਨਾ ਉਹਨੂੰ ਜ਼ਿਆਦਾ ਵੱਡਾ ਮੈਡਲ ਦਿੱਤਾ ਜਾਂਦਾ ਹੈ, ਉਹਨੂੰ ਜ਼ਿਆਦਾ ਵੱਡਾ ਮੈਡਲ ਦਿੱਤਾ ਜਾਂਦਾ। ਇਹ ਇਹਨਾਂ ਦੀ ਨਵੀਂ ਪਿਰਤ ਆ, ਇਹਨਾਂ ਨੇ ਇਤਿਹਾਸ ਵੀ ਤਾਂ ਹੀ ਬਣਾਉਣਾ ਹੈ। ਹੁਣ ਕਹਿ ਰਹੇ ਨੇ ਕਿ ਅਸੀਂ ਨਵਾਂ ਇਤਿਹਾਸ ਰਚਾਂਗੇ। ਹੁਣ ਇਹ ਇਤਿਹਾਸ ਇਹੀ ਤਾਂ ਰਚ ਰਿਹਾ ਕਿ ਕਿੱਦਾਂ ਥੁੱਕਣਾ ਆ ਤੇ ਫਿਰ ਉਹਨੂੰ ਚੱਟਣਾ ਕਿੱਦਾਂ ਹੈ, ਤੇ ਫਿਰ ਉਹਨੂੰ ਗਲੋਰੀਫਾਈ ਕਿੱਦਾਂ ਕਰਨਾ ਆ, ਫਿਰ ਨਵਾਂ ਥੁੱਕਣਾ ਆ, ਫਿਰ ਨਵਾਂ ਚੱਟਣਾ ਆ, ਫਿਰ ਉਹਨੂੰ ਕਿੱਦਾਂ ਗਲੋਰੀਫਾਈ ਕਰਨਾ ਆ। ਇਹ ਅਪਗ੍ਰੇਡਾਂ ਦੀ ਘਾੜ ਆ ਭਰਾਵੋ। ਵੀਰੋ ਤੁਹਾਨੂੰ ਅਸੀਂ ਬੜੇ ਪਹਿਲਾਂ ਤੋਂ ਇਹ ਆਪਾਂ ਆਪਣੇ ਰੇਡੀਓ 'ਚ ਗੱਲਬਾਤ ਕਰਦੇ ਰਹੇ ਆ ਕਿ ਹਾਂਜੀ ਇਹ ਸਿੱਖੀ ਦੇ ਦੁਖੀ ਨੇ, ਸਿੱਖੀ ਦੇ ਦੁਸ਼ਮਣ ਨੇ। ਇਹਨਾਂ ਦਾ ਸਿੱਖੀ ਦੇ ਨਾਲ ਕੋਈ ਵਾਸਤਾ ਨਹੀਂ ਹੈਗਾ। ਮਨ 'ਚ ਇਹਨਾਂ ਸਿੱਖਾਂ ਪ੍ਰਤੀ ਨਫ਼ਰਤ ਭਰੀ ਪਈ ਹੈ, ਸਿਧਾਂਤਾਂ ਪ੍ਰਤੀ, ਗੁਰੂ ਸਾਹਿਬਾਨ ਪ੍ਰਤੀ। ਇਹਨਾਂ ਦੀ ਗੱਲਾਂ ਦੇ ਵਿੱਚੋਂ ਅਸੀਂ ਨਹੀਂ ਕਹਿ ਰਹੇ, ਤੁਸੀਂ ਇਹਨਾਂ ਦੀ ਗੱਲਾਂ ਆਪਣੀਆਂ ਗੁਰਬਾਣੀ ਦੀਆਂ ਜੋੜ ਕੇ ਦੇਖ ਲਓ, ਦਲੀਲਾਂ ਦੇ ਉੱਤੇ ਜੋੜ ਕੇ ਦੇਖ ਲਓ, ਤੁਹਾਨੂੰ ਆਪ ਸਾਰੀ ਪਿਕਚਰ ਕਲੀਅਰ ਹੋ ਜਾਣੀ ਹੈ ਕਿ ਇਹਨਾਂ
ਗੁੰਡਿਆਂ ਦਾ, ਇਹਨਾਂ ਲੁੱਚਿਆਂ ਦਾ ਮਕਸਦ ਕੀ ਹੈਗਾ ਆ, ਇਹਨਾਂ ਦੁਖੀਆਂ ਦਾ ਮਕਸਦ ਕੀ ਹੈਗਾ ਆ। ਇਹ ਸਿੱਖੀ ਦੀ ਜੜ੍ਹਾਂ 'ਚ ਤੇਲ ਦੇਣ ਨੂੰ ਬੈਠੇ ਨੇ, ਨਾ ਕਿ ਸਿੱਖੀ ਦੇ ਵਾਸਤੇ ਕੋਈ ਇਹਨਾਂ ਦਾ ਕੋਈ ਟੀਚਾ ਹੈਗਾ ਆ। ਇਹਨਾਂ ਦਾ ਮਕਸਦ ਹੈ ਸਿਰਫ ਤੇ ਸਿਰਫ ਸਿੱਖੀ ਦੀ ਜੜ੍ਹਾਂ ਦੇ ਵਿੱਚ ਤੇਲ ਦੇਣਾ। ਤੇ ਇਸ ਕਰਕੇ ਸਾਨੂੰ ਸੁਚੇਤ ਹੋਣਾ ਚਾਹੀਦਾ ਆ। ਇਹਨਾਂ ਦੀਆਂ ਕਰਤੂਤਾਂ ਦੇਖੋ, ਪਛਾਣੋ। ਜੋ ਇਹ ਜਿਹੜੀ ਚੀਜ਼ ਨੂੰ ਗਲੋਰੀਫਾਈ ਕਰਕੇ ਦੱਸ ਰਹੇ ਆ, ਉਹ ਚੀਜ਼ਾਂ ਗਲੋਰੀਫਾਈ ਕਰਨ ਵਾਸਤੇ ਨਹੀਂ ਹੈਗੀਆਂ। ਉਹ ਉਹਨਾਂ ਦੇ ਹੁਣ ਗੱਲ ਇਹ ਹੈ ਨਾ ਭਾਈ, ਇੱਕ ਗੱਲ ਹੋਰ ਇਹ 'ਚ ਐਡ ਕਰਦੀ, ਜਿਹੜੀਆਂ ਸਮਾਜ ਦੀਆਂ ਕੁਝ ਡੈਫੀਨੇਸ਼ਨਾਂ ਬਣੀਆਂ ਆ, ਹੁਣ ਉਹ ਗੁਰਬਾਣੀ ਦੀ ਕਸੌਟੀ ਜਦੋਂ ਅਸੀਂ ਦੇਖਦੇ ਹਾਂ, ਗੁਰਬਾਣੀ ਦੀ ਕਸੌਟੀ ਵੀ ਉਹਨਾਂ ਡੈਫੀਨੇਸ਼ਨਾਂ ਨੂੰ ਮੰਨਦੀ ਹੈ। ਜਦੋਂ ਇੱਜ਼ਤ ਦੀ ਗੱਲ ਕਰਦੇ ਆ ਜਾਂ ਬੇਇੱਜ਼ਤੀ ਦੀ ਗੱਲ ਕਰਦੇ ਆ, ਉਹਦੇ ਵਿੱਚ ਜਿਹੜੀ ਗੱਲ ਹੈ ਉਹ ਉੱਦਾਂ ਹੀ ਹੈਗੀ ਆ। ਤੁਹਾਡੇ ਕਹਿਣ ਦੇ ਨਾਲ ਉਹ ਜਿਹੜਾ ਅਟਲ ਸੱਚ ਆ ਉਹ ਝੂਠਾ ਨਹੀਂ ਪੈ ਜਾਣਾ। ਜਿਸ ਹਿਸਾਬ ਨਾਲ ਅਸੀਂ ਥੁੱਕ ਕੇ ਮਾਫੀਆਂ ਮੰਗੀਆਂ ਆ, ਥੁੱਕ ਕੇ ਚੱਕਿਆ ਆ, ਉਹਨੂੰ ਉੱਦਾਂ ਹੀ ਦੇਖਿਆ ਜਾਏਗਾ ਇਤਿਹਾਸ ਦੇ ਵਿੱਚ। ਜਿਹੜੀ ਨਜ਼ਰ ਨਾਲ ਉਹ ਬਣਿਆ ਆ, ਤੁਸੀਂ ਕਿਤੇ ਐਵੇਂ ਨਾ ਸੋਚੋ ਕਿ ਤੁਹਾਡੇ ਰੋਲਾ ਪਾਉਣ ਦੇ ਨਾਲ ਆਪਾਂ ਉਹਨੂੰ ਗਲੋਰੀਫਾਈ ਕਰ ਦੇਣਾ ਤੇ ਉਹਨੂੰ ਹੀਰੋ ਵਜੋਂ ਪੇਸ਼ ਕਰ ਦੇਣਾ ਤੇ ਇਤਿਹਾਸ ਨੇ ਮੰਨ ਵੀ ਲੈਣਾ ਆ। ਉਹ ਤੁਹਾਡਾ ਇੱਕ ਵਹਿਮ ਆ, ਭਰਮ ਆ। ਠੀਕ ਹੈ ਜੀ। ਤੇ ਉਸ ਚੀਜ਼ ਨੂੰ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਆ। ਤੇ ਜਿੰਨੀ ਆਪਾਂ ਗੁਰਬਾਣੀ ਦੀ ਸਟੱਡੀ ਆਪ ਕਰ ਸਕੀਏ ਆਪ ਕਰੀਏ, ਕਿਉਂਕਿ ਗੁਰਬਾਣੀ ਭਾਈ ਜਿੰਨੀ ਜ਼ਿਆਦਾ ਆਪਾਂ ਪੜਾਂਗੇ ਨਾ, ਉਹ ਸੋਚ ਨੇ ਆਪ ਹੀ ਘੜੀ ਜਾਣਾ ਆ। ਜਿਸ ਹਿਸਾਬ ਨਾਲ ਜਿੰਨੀ ਕੁ ਆਪਾਂ ਚਾਹੇ ਰੋਜ਼ ਦਾ ਅੱਧਾ ਘੰਟਾ ਵੀ ਇੱਕ ਸ਼ਬਦ ਪੜ੍ਹ ਕੇ ਉਹਦਾ ਅਰਥਾਂ ਸਮੇਤ ਅਸੀਂ ਪੜ੍ਹਨ ਲੱਗ ਜਾਈਏ, ਤੇ ਇੱਕ ਸੋਚ ਨੇ ਆਪੇ ਘੜੀ ਜਾਣਾ। ਇੱਕ ਸਟੇਜ ਇੱਦਾਂ ਦੀ ਆ ਜਾਣੀ, ਅਸੀਂ ਆਪੇ ਹੀ ਇਹਨਾਂ ਦੁਖੀਆਂ ਨੂੰ ਪਛਾਣਨ ਲੱਗ ਜਾਣਾ ਕਿ ਭਾਈ ਇਹਨਾਂ ਦਾ ਮਕਸਦ ਕੀ ਹੈਗਾ ਆ। ਤੇ ਲਗਭਗ ਫਿਰ ਆਪਣਾ ਭਾਜੀ ਪ੍ਰੋਗਰਾਮ ਦਾ ਸਮਾਂ ਸਮਾਪਤੀ ਹੈ, ਤੇ ਅਸੀਂ ਪ੍ਰੋਗਰਾਮ ਨੂੰ ਇੱਥੇ ਸੰਕੋਚਦੇ ਹਾਂ। ਫਿਰ ਦਲੀਲਾਂ ਵੀ ਭਾਜੀ ਇਸ ਚੈਪਟਰ 'ਚ ਲਗਭਗ ਖਤਮ ਹੀ ਨੇ, ਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਅਸੀਂ ਇਹਦਾ ਜਿਹੜਾ ਨੈਕਸਟ ਚੈਪਟਰ ਆ ਉਹਨੂੰ ਜੀਵਨ ਸਾਖੀਆਂ ਦਾ ਪੈਮਾਨਾ ਆ, ਤੇ ਉਹਨੂੰ ਆਪਾਂ ਵਿਚਾਰ ਲਾਂਗੇ। ਤੇ ਅੱਜ ਦੇ ਪ੍ਰੋਗਰਾਮ ਦੀ ਫਿਰ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।